ਪੰਜਾਬੀ ਨੈਸ਼ਨਲ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਰਣਜੀਤ ਸਿੰਘ ਸਿੱਧੂ ਵੱਲੋਂ ਸਤਿ ਸ੍ਰੀ ਅਕਾਲ। ਪੰਜਾਬੀ ਨੈਸ਼ਨਲ ਟੀਵੀ ਤੇ ਪ੍ਰੋਗਰਾਮ ਪ੍ਰਾਈਮ ਟਾਈਮ ਲੈ ਕੇ ਆਪ ਦੀ ਸੇਵਾ ਦੇ ਵਿੱਚ ਮੈਂ ਰਣਜੀਤ ਸਿੱਧੂ ਹਾਜ਼ਰ ਹੋ ਗਿਆ ਹਾਂ ਤੇ ਪ੍ਰੋਗਰਾਮ 'ਚ ਮੇਰਾ ਸਾਥ ਦੇ ਰਹੇ ਨੇ ਜੱਗੀ ਢਿੱਲੋਂ ਜੀ। ਢਿੱਲੋਂ ਸਾਹਿਬ ਪ੍ਰੋਗਰਾਮ 'ਚ ਜੀ ਆਇਆਂ ਜੀ। ਸਤਿ ਸ਼੍ਰੀ ਅਕਾਲ ਜੀ ਰਣਜੀਤ ਜੀ, ਤੁਹਾਨੂੰ ਵੀ ਤੇ ਸਾਰੇ ਦਰਸ਼ਕਾਂ ਨੂੰ ਜੀ ਜਿਹੜੇ ਸਾਡੇ ਨਾਲ ਜੁੜੇ ਨੇ ਉਹਨਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਆਦਾਬ ਤੇ ਨਮਸਕਾਰ ਜੀ। ਢਿੱਲੋਂ ਸਾਹਿਬ ਰੋਜ਼ਾਨਾ ਮੰਡੇ ਟੂ ਫਰਾਈਡੇ ਆਪਾਂ ਇਹ ਪ੍ਰੋਗਰਾਮ ਪੇਸ਼ ਕਰਦੇ ਹਾਂ ਜੀ ਤੇ ਪ੍ਰੋਗਰਾਮ ਦੇ ਸ਼ੁਰੂ ਵਿੱਚ ਅਸੀਂ ਆਪਣੇ ਸਪਾਂਸਰਸ ਦਾ ਜਿਹੜਾ ਹੈ ਜੀ ਜਾਣਕਾਰੀ ਜ਼ਰੂਰ ਸ਼ੇਅਰ ਕਰਨਾ ਚਾਹਾਂਗੇ ਆਪਣੇ ਦਰਸ਼ਕਾਂ ਨਾਲ। ਮਰਸੀਡੀਜ਼ ਬੈਂਜ਼ ਕੰਟਰੀ ਹਿੱਲ ਇਸ ਪ੍ਰੋਗਰਾਮ ਦੇ ਮੇਨ ਸਪਾਂਸਰ ਨੇ ਜਿਨ੍ਹਾਂ ਦਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ। ਗੌਰਵ ਸ਼ਰਮਾ ਜੀ ਬ੍ਰਾਂਡ ਸਪੈਸ਼ਲਿਸਟ ਨੇ। ਫੋਨ ਨੰਬਰ ਹੈ 403 903 67 57। ਮਰਸੀਡੀਜ਼ ਬੈਂਜ਼ ਕੰਟਰੀ ਹਿੱਲ ਤੋਂ ਗੌਰਵ ਸ਼ਰਮਾ ਜੀ। ਹਰਪਿੰਦਰ ਸਿੱਧੂ ਇੰਸ਼ੋਰੈਂਸ ਐਕਸਪਰਟ ਨੇ। ਕੋਈ ਵੀ ਤੁਸੀਂ ਇੰਸ਼ੋਰੈਂਸ ਲੈਣੀ ਹੋਵੇ ਤਾਂ ਹਰਪਿੰਦਰ ਸਿੱਧੂ ਜੀ ਨੂੰ ਕਾਲ ਕਰ ਸਕਦੇ ਹੋ 403 404 3500। ਪਾਲੀਵਰਕ ਕੁਆਲਿਟੀ ਟਰਾਂਸਮਿਸ਼ਨ ਦੇ 403 228 0000 ਅਤੇ ਬ੍ਰਿਕ ਕਲੀਅਰੈਂਸ ਸੈਂਟਰ ਬਹੁਤ ਵੱਡਾ ਫਰਨੀਚਰ ਸਟੋਰ ਹੈ। ਹਰ ਪ੍ਰਕਾਰ ਦਾ ਫਰਨੀਚਰ ਇੱਥੇ ਮਿਲਦਾ ਹੈ ਜੀ। 3451 ਸਨਰਿਜਵੇ ਨਾਰਥ ਈਸਟ ਕੈਲਗਰੀ 403 726 6200। ਲਾਈਟ ਸਪੀਡ ਲੌਜਿਸਟਿਕ ਵਾਲੇ ਹਾਇਰਿੰਗ ਕਰ ਰਹੇ ਨੇ। ਓਨਰ ਆਪਰੇਟਰ ਨੂੰ $1.80 ਪਰ ਮਾਈਲ ਦੇ ਰਹੇ ਨੇ ਅਲਬਰਟਾ BC ਲੇਨ ਵਾਸਤੇ 403 483 2802। ਧੰਨਵਾਦੀ ਹਾਂ ਜੀ ਆਪਣੇ ਸਪਾਂਸਰ ਦੇ ਜਿਨ੍ਹਾਂ ਦੇ ਸਹਿਯੋਗ ਨਾਲ ਇਹ ਪ੍ਰੋਗਰਾਮ ਆਪ ਤੱਕ ਪਹੁੰਚਾਇਆ ਜਾ ਰਿਹਾ ਹੈ। ਅੱਜ ਦਾ ਪ੍ਰੋਗਰਾਮ ਤੁਸੀਂ ਜਾਣਦੇ ਹੋ ਜੀ ਕਿ ਬੁੱਧਵਾਰ ਦੀ ਅੱਜ ਸ਼ਾਮ ਹੈ ਜੀ ਅਤੇ ਇਹ ਪ੍ਰੋਗਰਾਮ ਅਸੀਂ ਰੋਜ਼ਾਨਾ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਪੇਸ਼ ਕਰਦੇ ਹਾਂ। ਇਸ ਸਮੇਂ ਲਗਭਗ ਸਟੂਡੀਓ ਦੀਆਂ ਘੜੀਆਂ ਵਿੱਚ 7 ਵੱਜ ਚੁੱਕੇ ਨੇ ਜੀ ਅਤੇ 20 ਜਨਵਰੀ ਵਰਾ 2021। ਜੇਕਰ ਦੇਸੀ ਮਹੀਨੇ ਦੀ ਗੱਲ ਕਰੀਏ ਤਾਂ 7 ਮਾਘ ਨਾਨਕਸ਼ਾਹੀ ਸੰਮਤ 552। ਢਿੱਲੋਂ ਸਾਹਿਬ ਕੁਝ ਮੌਸਮਾਂ ਦਾ ਹਾਲ ਜਿਹੜਾ ਜੀ ਆਪਣੇ ਦਰਸ਼ਕਾਂ ਨਾਲ ਅੱਜ ਅਸੀਂ ਸਾਂਝਾ ਕਰਦੇ ਹਾਂ ਜੀ। ਕੈਲਗਰੀ ਸ਼ਹਿਰ ਦੇ ਵਿੱਚ ਇਸ ਸਮੇਂ -2 ਡਿਗਰੀ ਸੈਲਸੀਅਸ ਤਾਪਮਾਨ ਹੈ ਜੋ ਕਿ ਮਹਿਸੂਸ -8 ਡਿਗਰੀ ਸੈਲਸੀਅਸ ਵਾਂਗ ਹੋ ਰਿਹਾ ਹੈ। ਅਸਮਾਨ ਲਗਭਗ ਸਾਫ਼ ਹੈ ਜੀ। ਠੰਡ ਥੋੜ੍ਹੀ ਜਿਹੀ ਕਹਿ ਸਕਦੇ ਹਾਂ ਕਿਉਂਕਿ -8 ਡਿਗਰੀ ਸੈਲਸੀਅਸ ਤਾਪਮਾਨ ਜਿਹੜਾ ਜੀ ਕੁਝ ਠੰਡਾ ਜਿਹਾ ਮੌਸਮ ਹੁੰਦਾ ਹੈ ਜੀ। ਵੀਰਵਾਰ ਨੂੰ ਦੁਪਹਿਰੇ ਤਾਪਮਾਨ ਜਿਹੜਾ ਹੈ ਧੁੱਪ ਦੇ ਨਾਲ -2 ਡਿਗਰੀ ਸੈਲਸੀਅਸ ਰਹੇਗਾ ਅਤੇ ਸ਼ੁੱਕਰਵਾਰ ਨੂੰ ਧੁੱਪ ਦੇ ਨਾਲ ਤਾਪਮਾਨ ਜਿਹੜਾ ਹੈ -4। ਕੈਲਗਰੀ ਦੇ ਵਿੱਚ -2 -4 ਜਨਵਰੀ ਦੇ ਵਿੱਚ ਮੌਸਮ ਠੀਕ ਠਾਕ ਹੀ ਕਹਿ ਸਕਦੇ ਹਾਂ। ਬੜਾ ਆਰਡੀਨਰੀ ਜਿਹਾ ਲੱਗ ਰਿਹਾ ਜੀ। ਇਦਾਂ ਲੱਗ ਰਿਹਾ ਕਿ ਸਪਟੈਂਬਰ ਅਕਤੂਬਰ ਦੇ ਮਹੀਨੇ ਤਕਰੀਬਨ ਚੱਲ ਰਹੇ ਨੇ ਜੀ। ਪਰ ਐਡਮਿੰਟਨ ਵਾਸੀਆਂ ਵਾਸਤੇ ਮੌਸਮ ਕੁਝ ਜ਼ਿਆਦਾ ਵਧੀਆ ਨਹੀਂ ਹੈ ਕਿਉਂਕਿ ਐਡਮਿੰਟਨ ਦੇ ਵਿੱਚ -3 ਡਿਗਰੀ ਸੈਲਸੀਅਸ ਤਾਪਮਾਨ ਤੇ ਸਨੋ ਦੱਸੀ ਗਈ ਹੈ। ਸ਼ੁੱਕਰਵਾਰ ਨੂੰ -5 ਡਿਗਰੀ ਸੈਲਸੀਅਸ ਜੋ ਕਿ ਮਹਿਸੂਸ -11 ਵਾਂਗ ਹੋਵੇਗਾ ਤੇ ਸ਼ੁੱਕਰਵਾਰ ਨੂੰ ਵੀ ਸਨੋ ਹੈ ਜੀ ਅਤੇ ਸੈਚਰਡੇ ਨੂੰ -13 ਤੇ ਸਨੋ ਦੱਸੀ ਗਈ ਹੈ। ਸੰਡੇ ਨੂੰ ਵੀ ਐਡਮਿੰਟਨ ਦੇ ਵਿੱਚ -11 ਤੇ ਸਨੋ ਦੱਸੀ ਗਈ ਹੈ ਤੇ ਸੋਮਵਾਰ ਤੱਕ ਸਨੋ ਪੈਣ ਦੀਆਂ ਸੰਭਾਵਨਾਵਾਂ ਨੇ ਜੀ ਐਡਮਿੰਟਨ ਵਾਸੀਆਂ ਨੂੰ। ਸੋ ਇੱਥੇ ਦੱਸ ਦਈਏ ਜੀ ਕਿ ਥੋੜ੍ਹਾ ਜਿਹਾ ਮੌਸਮ ਕਿਉਂਕਿ ਬਹੁਤਾ ਵਧੀਆ ਨਹੀਂ ਲੱਗ ਰਿਹਾ। ਐਡਮਿੰਟਨ ਸ਼ਹਿਰ ਦੇ ਵਿੱਚ ਠੰਡ ਵੀ ਹੈ, ਸਨੋ ਵੀ ਹੈ। ਸੋ ਤੁਸੀਂ ਕੇਅਰਫੁਲ ਰਹਿਣਾ ਹੈ ਜੀ। ਕੱਪੜੇ ਗਰਮ ਪਾ ਕੇ ਘਰੋਂ ਨਿਕਲਣਾ ਹੈ ਅਤੇ ਕਾਰ ਚਲਾਉਂਦੇ ਸਮੇਂ ਕੋਈ ਵੀ ਵਹੀਕਲ ਜੋ ਚਲਾਉਂਦੇ ਹੋ ਤੁਸੀਂ ਉਸ ਸਮੇਂ ਥੋੜ੍ਹਾ ਕੇਅਰਫੁਲ ਰਹਿਣਾ ਹੈ। ਰੋਡ ਕੰਡੀਸ਼ਨਸ ਵੀ ਬੈਡ ਹੋ ਸਕਦੀਆਂ ਨੇ ਜੀ। ਇਹ ਹੈ ਐਡਮਿੰਟਨ ਅਤੇ ਕੈਲਗਰੀ ਸ਼ਹਿਰ ਦੇ ਮੌਸਮ ਦਾ ਹਾਲ। ਲੁਧਿਆਣਾ ਸ਼ਹਿਰ ਦੇ ਵਿੱਚ ਇਸ ਸਮੇਂ 8 ਡਿਗਰੀ ਸੈਲਸੀਅਸ ਤਾਪਮਾਨ ਹੈ ਅਤੇ ਅਸਮਾਨ ਸਾਫ਼ ਹੈ ਜੀ। ਨਵੀਂ ਦਿੱਲੀ ਦੇ ਵਿੱਚ ਇਸ ਸਮੇਂ ਧੁੱਪ ਜਿਹੜੀ ਹੈ ਜੀ ਅੱਜ ਦੱਸੀ ਗਈ ਹੈ ਤੇ 10 ਡਿਗਰੀ ਸੈਲਸੀਅਸ ਜਿਹੜਾ ਹੈ ਜੀ ਤਾਪਮਾਨ ਦੱਸਿਆ ਗਿਆ ਹੈ। ਇਹ ਹੈ ਲੁਧਿਆਣਾ, ਨਵੀਂ ਦਿੱਲੀ, ਕੈਲਗਰੀ ਅਤੇ ਐਡਮਿੰਟਨ ਸ਼ਹਿਰ ਦੇ ਮੌਸਮ ਦਾ ਹਾਲ ਜੀ। ਅੱਜ ਦੀਆਂ ਸੁਰਖੀਆਂ ਢਿੱਲੋਂ ਸਾਹਿਬ ਆਪਾਂ ਆਪਣੇ ਦਰਸ਼ਕਾਂ ਨਾਲ ਸਾਂਝੀਆਂ ਕਰਦੇ ਹਾਂ ਜੀ। ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਅਹੁਦਾ ਸੰਭਾਲਦੇ ਹੀ ਕੀਤੇ ਨੇ ਅਹਿਮ ਐਲਾਨ। ਕੀਸਟੋਨ ਪਾਈਪਲਾਈਨ ਤੇ ਲਾਈ ਹੈ ਜੀ ਰੋਕ। ਅਲਬਰਟਾ ਦੇ ਪ੍ਰੀਮੀਅਰ ਜੇਸਨ ਕੈਨੀ ਨੇ ਕੀਸਟੋਨ ਪਾਈਪਲਾਈਨ ਦੇ ਰੋਕ ਲਾਉਣ ਬਦਲੇ ਕੈਨੇਡਾ ਨੂੰ ਅਮਰੀਕਾ ਤੇ ਪਾਬੰਦੀਆਂ ਲਾਉਣ ਦੀ ਸਿਫਾਰਿਸ਼ ਕੀਤੀ ਹੈ। ਅਲਬਰਟਾ ਦੇ ਚੀਫ ਮੈਡੀਕਲ ਅਫਸਰ ਡੀਨਾ ਹਿੰਸਾ ਨੇ ਕਿਹਾ ਹੈ ਕਿ ਅਲਬਰਟਾ ਵਿੱਚ ਲਾਈਆਂ ਪਾਬੰਦੀਆਂ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਕੋਵਿਡ ਕੇਸਾਂ ਵਿੱਚ ਗਿਰਾਵਟ ਜਾਰੀ ਹੈ। ਸਾਲ 2018 ਵਿੱਚ ਸਸਕੈਚੁਅਨ ਵਿੱਚ ਹੋਏ ਬੱਸ ਹਾਦਸੇ ਵਿੱਚ 16 ਹਾਕੀ ਖਿਡਾਰੀਆਂ ਦੀ ਮੌਤ ਹੋ ਗਈ ਸੀ। ਇਸ ਕੇਸ ਦਾ ਸਾਹਮਣਾ ਕਰ ਰਹੇ ਜਸਕੀਰਤ ਸਿੱਧੂ ਤੇ ਡਿਪੋਰਟ ਹੋਣ ਦੀ ਤਲਵਾਰ ਜਿਹੜੀ ਹੈ ਲਟਕ ਰਹੀ ਹੈ। ਕੈਨੇਡਾ ਬਾਰਡਰ ਸਰਵਿਸ ਏਜੰਸੀ ਵੱਲੋਂ ਇਸ ਬਾਰੇ ਫੈਸਲਾ ਲਏ ਜਾਣ ਦੀ ਸੰਭਾਵਨਾ ਹੈ। ਇਸ ਪ੍ਰੋਗਰਾਮ ਵਿੱਚ ਅੱਗੇ ਚੱਲ ਕੇ ਇਸ ਵਿਸ਼ੇ ਤੇ ਅਸੀਂ ਵਿਚਾਰ ਚਰਚਾ ਕਰਾਂਗੇ। ਅਲਬਰਟਾ ਯੂਨੀਵਰਸਿਟੀ ਵੱਲੋਂ ਇੱਕ ਦਵਾਈ ਦੀ ਖੋਜ ਕੀਤੀ ਗਈ ਹੈ ਜਿਹੜੀ ਕੈਂਸਰ ਦੇ ਇਲਾਜ ਵਿੱਚ ਸਹਾਈ ਹੋ ਸਕਦੀ ਹੈ। ਕੈਲਗਰੀ ਦੇ ਪੁਲਿਸ ਅਫਸਰ ਐਂਡਰਿਊ ਹਾਰਨੇਟ ਦੇ ਕਤਲ ਨਾਲ ਸੰਬੰਧਿਤ ਕੇਸ ਵਿੱਚ ਦੋਸ਼ੀ 2 ਨੌਜਵਾਨਾਂ ਦੀ ਜ਼ਮਾਨਤ ਦਾ ਫੈਸਲਾ ਅਗਲੇ ਹਫ਼ਤੇ ਤੱਕ ਰਾਖਵਾਂ ਜਿਹੜਾ ਹੈ ਜੀ ਰੱਖ ਲਿਆ ਗਿਆ ਹੈ। ਇਹ ਹਨ ਅੱਜ ਦੀਆਂ ਮੁੱਖ ਸੁਰਖੀਆਂ ਜੀ। ਪ੍ਰੋਗਰਾਮ ਦੇ ਵਿੱਚ ਅੱਜ ਅਸੀਂ ਇੱਕ ਟੌਪਿਕ ਦੇ ਉੱਤੇ ਵਿਚਾਰ ਚਰਚਾ ਕਰਨਾ ਚਾਹਾਂਗੇ। ਉਹ ਹੈ ਜੀ ਕਿ ਢਿੱਲੋਂ ਸਾਹਿਬ ਜਿਸ ਤਰ੍ਹਾਂ ਕਿ ਸਾਡੇ ਦਰਸ਼ਕਾਂ ਨੂੰ ਵੀ ਯਾਦ ਹੀ ਹੋਏਗਾ ਕਿ 2018 ਦੇ ਵਿੱਚ ਇੱਕ ਬਹੁਤ ਭਿਆਨਕ ਬੱਸ ਹਾਦਸਾ ਹੋਇਆ ਸੀ ਜਿਸ ਦੇ ਵਿੱਚ ਡਰਾਈਵਰ ਜੋ ਸੀ ਉਹ ਪੰਜਾਬੀ ਮੂਲ ਦਾ ਸੀ ਜਿਸ ਦਾ ਨਾਮ ਜਸਕੀਰਤ ਸਿੱਧੂ ਸੀ। ਇੰਨਾ ਹਾਦਸਾ ਭਿਆਨਕ ਸੀ ਕਿ 16 ਦੇ ਕਰੀਬ ਜਿਹੜੇ ਹਾਕੀ ਖਿਡਾਰੀ ਬਿਲਕੁਲ ਨੌਜਵਾਨ ਖਿਡਾਰੀ ਸੀ ਉਹਨਾਂ ਦੀ ਮੌਤ ਹੋ ਗਈ ਸੀ। ਬੱਸ ਡਰਾਈਵਰ ਦੀ ਮੌਤ ਹੋ ਗਈ ਸੀ
ਅਤੇ 13 ਕੁ ਦੇ ਕਰੀਬ ਜਿਹੜੇ ਨੇ ਜੀ ਜ਼ਖਮੀ ਉਹ ਸੀ। ਨੌਜਵਾਨ ਖਿਡਾਰੀ ਬਹੁਤ ਬੁਰੀ ਤਰ੍ਹਾਂ ਜ਼ਖਮੀ ਹੋਏ ਸੀ। ਸ਼ਾਇਦ ਕੁਝ ਤਾਂ ਸਾਰੀ ਉਮਰ ਲਈ ਜਿਹੜੇ ਨੇ ਜੀ ਉਹ ਬਿਲਕੁਲ। ਉਹਨਾਂ ਦੇ ਉੱਤੇ ਕੋਈ ਨਾ ਕੋਈ ਜਿਹੜੀ ਸੱਟ ਚੋਟ ਦਾ ਅਸਰ ਜਿਹੜਾ ਦੇਖਣ 'ਚ ਮਿਲੇਗਾ ਜੀ। ਇਸ ਹਾਦਸੇ ਨੇ ਸਾਰੇ ਕੈਨੇਡਾ ਸਮੇਤ ਨਾਰਥ ਅਮਰੀਕਾ ਹੀ ਮੈਂ ਕਹਿ ਸਕਦਾ ਕਿ ਸੁਰਖੀਆਂ ਵਿੱਚ ਰਿਹਾ ਇਹ ਹਾਦਸਾ, ਬਿਲਕੁਲ। ਅਤੇ ਬਹੁਤ ਕੁਝ ਤਬਦੀਲੀਆਂ ਜਿਹੜੀਆਂ ਨੇ ਉਹ ਕੀਤੀਆਂ ਗਈਆਂ ਅਲਬਰਟਾ ਵਿੱਚ, ਖਾਸ ਤੌਰ 'ਤੇ ਸਸਕੈਚੁਅਨ ਦੇ ਵਿੱਚ, ਮੈਨੀਟੋਬਾ ਦੇ ਵਿੱਚ ਟਰੱਕ ਲਾਇਸੈਂਸ ਲੈਣ ਦੇ ਲਈ ਬਹੁਤ ਕੁਝ ਤਬਦੀਲੀਆਂ ਕੀਤੀਆਂ ਗਈਆਂ ਅਤੇ ਬਹੁਤ ਸਮਾਂ ਚਰਚਾ ਦੇ ਵਿੱਚ ਰਿਹਾ। ਜਦੋਂ ਕੇਸ ਦੀ ਸੁਣਵਾਈ ਹੋਈ ਤਾਂ ਜਸਕੀਰਤ ਸਿੱਧੂ ਨਾਂ ਦੇ ਜਿਹੜੇ ਨੌਜਵਾਨ ਨੇ ਉਹਨਾਂ ਨੂੰ 8 ਸਾਲ ਦੀ ਕੈਦ ਹੋ ਗਈ ਅਤੇ ਉਹ ਸਜ਼ਾ ਆਪਣੀ ਭੁਗਤ ਰਹੇ ਨੇ। ਅਤੇ ਢਿੱਲੋਂ ਸਾਹਿਬ, ਆਪਾਂ ਅੱਜ ਦੇ ਪ੍ਰੋਗਰਾਮ 'ਚ ਇਹਦੇ ਬਾਰੇ ਵਿਚਾਰ ਚਰਚਾ ਕਰਾਂਗੇ ਅਤੇ ਅਸੀਂ ਚਾਹਾਂਗੇ ਕਿ ਜੇਕਰ ਸਾਡੇ ਜਿਹੜੇ ਦਰਸ਼ਕ ਨੇ ਇਸ ਵਿਸ਼ੇ ਦੇ ਉੱਤੇ ਗੱਲ ਕਰਨਾ ਚਾਹਣ ਤਾਂ ਸਾਨੂੰ 403 204 0011 403 204 001 ਤੇ ਕਾਲ ਕਰਕੇ ਅੱਜ ਇਸ ਵਿਸ਼ੇ ਤੇ ਗੱਲ ਵੀ ਕਰ ਸਕਦੇ ਨੇ। ਪਰ ਅੱਜ ਸਾਡਾ ਇਸ ਵਿਸ਼ੇ ਦੇ ਉੱਤੇ ਕੀ ਸਵਾਲ ਹੈ ਉਹ ਢਿੱਲੋਂ ਸਾਹਿਬ ਜਾਣਕਾਰੀ ਦੇਣਗੇ ਜੀ। ਹਾਂਜੀ, ਦੇਖੋ, ਜਿਹੜਾ ਜਿੱਥੇ ਤੱਕ ਸਵਾਲ ਜੀ ਆਪਾਂ ਗੱਲ ਕਰ ਰਹੇ ਹਾਂ ਜਿਹੜੇ ਐਕਸੀਡੈਂਟ ਦੀ ਜੀ, ਤੇ ਇਹ ਹੋਮਬੋਲਟ ਬ੍ਰੋਂਕੋਸ ਦੀ ਜਿਹੜੀ ਆਪਣੀ ਟੀਮ ਸੀਗੀ ਹਾਕੀ ਦੀ ਜੀ, ਉਹਦੇ ਪਲੇਅਰ ਜਿਹੜੇ ਸੀਗੇ ਉਹ ਬੱਸ ਵਿੱਚ ਜਾ ਰਹੇ ਸੀਗੇ ਤੇ ਜਸਕੀਰਤ ਸਿੱਧੂ ਨੇ ਸਟਾਪ ਸਾਈਨ ਮਿਸ ਕੀਤਾ ਤੇ ਇਹ ਹਾਦਸਾ, ਇਹ ਐਕਸੀਡੈਂਟ ਜਿਹੜਾ ਆ ਉਹ ਵਾਪਰਿਆ ਜੀ। ਬਹੁਤ ਦੁਖਦ ਇਨਸੀਡੈਂਟ ਇਸ ਕਰਕੇ ਹੈਗਾ ਕਿ ਕੈਨੇਡਾ ਦੀ ਹਿਸਟਰੀ ਦੇ ਵਿੱਚ ਇਹ ਵਨ ਆਫ ਦਾ ਵਰਸਟ ਐਕਸੀਡੈਂਟਸ ਵਿੱਚੋਂ ਐਕਸੀਡੈਂਟ ਹੈਗਾ। ਬਿਲਕੁਲ ਤੁਸੀਂ ਰਾਈਟਲੀ ਕਿਹਾ, ਅਲਬਰਟਾ ਵਰਗੀ ਪ੍ਰੋਵਿੰਸ ਨੇ ਉਸ ਤੋਂ ਬਾਅਦ ਸਵੀਪਿੰਗ ਚੇਂਜਸ ਲਿਆਂਦੀਆਂ ਕਲਾਸ 1 ਲਾਇਸੈਂਸਿੰਗ ਦੇ ਪ੍ਰੋਸੈਸ ਵਿੱਚ, ਜਿੱਥੇ ਕਿ ਅੱਗੇ ਅਗਰ 10-11 ਘੰਟਿਆਂ ਦੇ ਵਿੱਚ ਲਾਇਸੈਂਸ ਜਿਹੜਾ ਸੀਗਾ ਉਹ ਟੈਸਟ ਦੇ ਦਿੰਦਾ ਸੀਗਾ ਕੋਈ ਵੀ ਸਟੂਡੈਂਟ ਜਿਹੜਾ ਇੱਛਾ ਰੱਖਦਾ ਸੀਗਾ ਕਲਾਸ 1 ਲਾਇਸੈਂਸ ਲੈਣ ਦਾ, ਉਹਦਾ ਟਾਈਮ, ਉਹ ਸਮਾਂ ਵੀ ਵਧਾ ਕੇ ਤਕਰੀਬਨ 110, 112 ਜਾਂ 14 ਘੰਟੇ ਦੇ ਕਰੀਬ ਕੀਤਾ ਗਿਆ। ਇਨ ਕਲਾਸ ਟ੍ਰੇਨਿੰਗ ਵੀ ਇੰਕਰੀਜ਼ ਕੀਤੀ ਗਈ ਤੇ ਪ੍ਰੈਕਟੀਕਲ ਔਨ ਰੋਡ ਟ੍ਰੇਨਿੰਗ ਵੀ ਇੰਕਰੀਜ਼ ਕੀਤੀ ਗਈ, ਜਿਹਨੂੰ ਹੁਣ ਅੱਜ ਮੈਲਟ ਪ੍ਰੋਗਰਾਮ ਦੇ ਨਾਂ ਤੇ ਜਾਣਿਆ ਜਾਂਦਾ। ਸੋ ਇਹ ਬਹੁਤ ਅਹਿਮ ਚੇਂਜਸ ਜਿਹੜੀਆਂ ਸੀਗੀਆਂ ਲੈ ਕੇ ਆਂਦੀਆਂ ਗਈਆਂ। ਰਣਜੀਤ ਜੀ, ਤੁਹਾਨੂੰ ਯਾਦ ਹੋਏਗਾ ਆਪਾਂ ਉਸ ਵੇਲੇ ਦੇ ਪ੍ਰੀਮੀਅਰ ਰਿਚਲ ਨੋਟਲੇ ਹੈਗੇ ਸੀਗੇ ਤੇ ਆਪਾਂ ਇਹ ਪੁਆਇੰਟ ਉਠਾਇਆ ਵੀ ਸੀਗਾ ਉਦੋਂ ਕਿ ਇਹ ਜਿਹੜੀ ਚੀਜ਼ ਹੈਗੀ ਹੈ ਇਹ ਬਹੁਤ ਲੋੜੀਂਦੀ ਹੈਗੀ ਹੈ, ਕਿਉਂਕਿ ਜਿੱਥੇ ਸਾਰੀ ਟਰੱਕਿੰਗ ਕੰਪਨੀਆਂ ਕੋਲ ਇਸ ਵੇਲੇ ਡਰਾਈਵਰ ਦੀ ਘਾਟ ਹੈ ਜੀ। ਅਗਰ ਤੁਸੀਂ ਅੱਜ ਵੀ ਗੱਲ ਕਰੋ ਤਾਂ ਅੱਜ ਵੀ ਟਰੱਕਿੰਗ ਕੰਪਨੀ ਜਿਹੜੀਆਂ ਨੇ ਲੀਡਿੰਗ, ਚਾਹੇ ਲਾਈਟ ਸਪੀਡ ਲੈ ਲਓ ਜਾਂ ਹੋਰ ਲੈ ਲਓ, ਤੇ ਉਹਨਾਂ ਕੰਪਨੀਆਂ ਨੂੰ ਅੱਜ ਵੀ ਪ੍ਰੋਫੈਸ਼ਨਲ ਔਰ ਕੁਆਲੀਫਾਈਡ ਡਰਾਈਵਰਸ ਦੀ ਲੋੜ ਹੈ, ਸ਼ਾਰਟੇਜ ਬਹੁਤ ਜ਼ਿਆਦਾ ਹੈ, ਬਹੁਤ ਲੋੜ। ਤੇ ਉਦੋਂ ਵੀ ਇਹੀ ਚੀਜ਼ ਸੀਗੀ, ਲੇਕਿਨ ਅੱਜ ਦੇ ਔਰ ਉਦੋਂ ਦੇ ਸਿਨੈਰੀਓ 'ਚ ਫਰਕ ਕੀ ਹੈਗਾ ਕਿ ਜਿਹੜਾ ਉਦੋਂ ਕੋਈ ਵੀ ਇੰਡੀਵਿਜੂਅਲ ਲਾਇਸੈਂਸ ਲੈ ਕੇ ਅਗਰ ਆਂਦਾ ਸੀਗਾ ਤੇ ਉਹਦਾ ਸਕਿੱਲ ਲੈਵਲ ਇਸ ਲੈਵਲ ਤੇ ਨਹੀਂ ਸੀਗਾ ਕਿ ਉਹਨੂੰ ਸਟ੍ਰੇਟ ਵੇ ਇੱਕ ਲੌਂਗ ਹਾਲ ਦੇ ਉੱਤੇ ਜਾਂ ਇੰਨੀ ਵੱਡੀ ਜ਼ਿੰਮੇਵਾਰੀ ਦੇਤੀ ਜਾਵੇ ਕਿ ਉਹ 80,000 ਪਾਉਂਡ ਦਾ ਲੋਡਡ ਟ੍ਰੇਲਰ ਤੇ ਉਹ ਸੈਮੀ ਟਰੱਕ ਐਂਡ ਟ੍ਰੇਲਰ ਜਿਹੜਾ ਲੈ ਕੇ ਉਹ ਕਿਤੇ ਵੀ ਮਤਲਬ ਲੋਡ ਪੁੱਲ ਕਰੇ ਤੇ ਉਹ ਪੂਰੀ ਇਫੈਕਟਿਵ ਤਰੀਕੇ ਨਾਲ, ਰਿਸਪੌਂਸਿਬਲ ਤਰੀਕੇ ਨਾਲ ਡਰਾਈਵ ਕਰਦਾ ਹੋਇਆ ਲੋਡ ਜਿਹੜਾ ਆ ਉਹ ਇੱਕ ਸਿਰੇ ਤੋਂ ਦੂਜੇ ਸਿਰੇ ਆਪਣਾ ਪਹੁੰਚਾ ਦੇਵੇ। ਤੇ ਅੱਜ ਜਿਹੜਾ ਹੈਗਾ ਆ ਅਸੀਂ ਦੇਖਦੇ ਹਾਂ ਕਿ ਕਾਫੀ ਸਕਿੱਲ ਲੈਵਲ ਜਿਹੜਾ ਡਰਾਈਵਰਸ ਦਾ ਜਿਹੜੇ ਮੈਲਟ ਪ੍ਰੋਗਰਾਮ ਦੇ ਅੰਡਰ ਨਿਕਲਦੇ ਨੇ ਉਹ ਕਿਤੇ ਵੇ ਬੈਟਰ ਪੋਜੀਸ਼ਨ 'ਚ ਹੁੰਦੇ ਨੇ, ਕਿਉਂਕਿ ਓਬਵੀਅਸ ਹੈ ਕਿ ਉਹਨਾਂ ਨੂੰ ਟਾਈਮ ਜ਼ਿਆਦਾ ਟ੍ਰੇਨਿੰਗ ਦਾ ਮਿਲਿਆ ਹੁੰਦਾ ਆ ਔਰ ਕੁਝ ਟੈਸਟ ਦੇ ਦੌਰਾਨ ਵੀ ਜਿਹੜੀਆਂ ਸਕਿੱਲਸ ਹੈਗੀਆਂ ਨੇ ਉਹ ਕਾਫੀ ਸਟ੍ਰਿਕਟ ਕੀਤੀਆਂ ਨੇ ਜੀ, ਕਿ ਜਦੋਂ ਤੁਸੀਂ ਉਹਨਾਂ ਦੀ ਬੈਕਿੰਗ 'ਤੇ ਫੋਕਸ ਕੀਤਾ, ਸਾਰੀਆਂ ਚੀਜ਼ਾਂ 'ਤੇ ਫੋਕਸ ਕੀਤਾ ਤੇ ਇਹ ਚੀਜ਼ਾਂ ਜਿਹੜੀਆਂ ਨੇ ਕਾਫੀ ਰਿਜ਼ੋਲਵ ਹੋਈਆਂ। ਇਹ ਤਾਂ ਚੀਜ਼ ਸੀਗੀ ਜਿਹੜੀ ਕਹ ਲਓ ਕਿ ਆਫਟਰ ਇਫੈਕਟ ਐਕਸੀਡੈਂਟ ਦੇ ਜੀ ਫਰੋਮ ਦਾ ਲਾਇਸੈਂਸਿੰਗ ਪੁਆਇੰਟ ਆਫ ਵਿਊ। ਦੂਜੇ ਪਾਸੇ ਜਿਹੜਾ ਇੱਕ ਪਰਮਾਨੈਂਟ ਝਟਕਾ ਦਿੱਤਾ ਇਸ ਐਕਸੀਡੈਂਟ ਨੇ ਉਹ ਪਰਿਵਾਰ ਸੀਗੇ ਜਿਨ੍ਹਾਂ ਦੇ ਨੌਜਵਾਨ ਇੰਨੀ ਯੰਗ ਔਰ ਇੰਨੇ ਕੈਪੇਬਲ ਔਰ ਟੈਲੈਂਟਡ ਜਿਹੜੇ ਹਾਕੀ ਸਟਾਰ ਸੀਗੇ ਉਹ ਆਪਣਾ ਲੂਜ਼ ਕੀਤੇ ਇਸ ਦੌਰਾਨ। ਔਰ ਪੇਰੈਂਟਸ ਵਾਸਤੇ 17 ਸਾਲ 18 ਸਾਲ ਦੀ ਏਜ ਦਾ ਬੱਚਾ ਜਿਹੜਾ ਲੂਜ਼ ਕਰ ਲੈਣਾ, ਉਹ ਆਪਾਂ ਸਾਰੇ ਸਮਝ ਸਕਦੇ ਹਾਂ ਕਿ ਕਿੱਡੀ ਵੱਡੀ ਸੱਟ ਜਿਹੜੀ ਆ ਹੁੰਦੀ ਹੈ। ਸੋ ਹੁਣ ਮੁੱਦਾ ਇਹ ਹੈਗਾ ਕਿ ਜਿਹੜੀ ਕੈਨੇਡਾ ਬਾਰਡਰ ਸਰਵਿਸ ਏਜੰਸੀ ਆ ਉਹਨਾਂ ਦੇ ਕੋਲ ਇਹ ਕੇਸ ਜਿਹੜਾ ਆ ਉਹ ਪੈਂਡਿੰਗ ਆ। ਉਹ ਰਿਪੋਰਟ ਬਣਾ ਕੇ ਇਹ ਆਪਣੀ ਜਿਹੜਾ ਫੈਸਲਾ ਦੇਣਗੇ ਕਿ ਕੀ ਇਸ ਕੇਸ ਦੇ ਵਿੱਚ
ਜਸਕੀਰਤ ਸਿੱਧੂ ਜਿਹੜੇ ਨੇ ਉਹ ਡਿਪੋਰਟ ਹੋਣਗੇ ਕਿ ਉਹ ਕੈਨੇਡਾ ਵਿੱਚ ਰਹਿ ਸਕਦੇ ਆ, ਕਿਉਂਕਿ ਐਜ਼ ਪਰ ਲੀਗਲ ਸਟੇਟਸ ਕੋਈ ਵੀ ਅਗਰ ਇੰਡੀਵਿਜੂਅਲ ਜਿਹਨੂੰ 6 ਮਹੀਨੇ ਤੋਂ ਵੱਧ ਜਿਹੜੀ ਹੈ ਉਹ ਸਜ਼ਾ ਹੋ ਜਾਂਦੀ ਹੈ ਅਤੇ ਉਹ ਜਿਹੜਾ ਪਰਮਾਨੈਂਟ ਰੈਜ਼ੀਡੈਂਟ ਆ ਉਹਨੂੰ ਡਿਪੋਰਟ ਕਰਤਾ ਜਾਂਦਾ ਹੈ ਆਪਣੀ ਪੇਰੈਂਟ ਕੰਟਰੀ ਜਿੱਥੋਂ ਆਇਆ ਹੁੰਦਾ ਹੈ। ਬਿਲਕੁਲ। ਸੋ ਜਿੱਥੇ ਇਹ ਇੱਕ ਐਸਾ ਇਰਰਿਪੇਅਰੇਬਲ ਡੈਮੇਜ ਆ ਉਹਨਾਂ ਪਰਿਵਾਰਾਂ ਵਾਸਤੇ ਜਿਨ੍ਹਾਂ ਨੇ ਆਪਣੇ ਬਹੁਤ ਨਜ਼ਦੀਕੀ ਬੱਚੇ ਗਵਾਏ, ਉੱਥੇ ਬਹੁਤ ਭਾਰੇ ਮਨ ਦੇ ਨਾਲ ਮੈਂ ਕਹੂੰਗਾ ਕਿ ਇੱਕ ਜਿਹਨੇ ਬੱਚੇ ਨੇ ਜਾਨ ਗਵਾਈ, ਉਹਨਾਂ ਦੇ ਪੇਰੈਂਟਸ ਨੇ, ਖਾਸ ਕਰਕੇ ਉਹਨਾਂ ਦੇ ਫਾਦਰ ਸਕਾਟ ਥਾਮਸ, ਉਹਨਾਂ ਨੇ ਬਹੁਤ ਹੌਸਲਾ ਦਿਖਾ ਕੇ ਔਰ ਬਹੁਤ ਹੀ ਮੈਂ ਕਹਾਂਗਾ ਕਿ ਸ਼ਲਾਘਾਯੋਗ ਉਹਨਾਂ ਦਾ ਕਦਮ ਆ ਕਿ ਉਹ ਗਾਂਹ ਆਏ ਨੇ ਔਰ ਉਹਨਾਂ ਨੇ ਆ ਕੇ ਜਸਕੀਰਤ ਸਿੱਧੂ ਦੇ ਫੇਵਰ ਦੇ ਵਿੱਚ ਆਪਣੀ ਸਪੋਰਟ ਦਿੱਤੀ ਹੈ। ਬਿਲਕੁਲ ਜੀ। ਸੋ ਢਿੱਲੋਂ ਸਾਹਿਬ, ਜਿੱਦਾਂ ਤੁਸੀਂ ਦੱਸਿਆ ਕਿ ਹਾਦਸਾ ਬਹੁਤ ਵੱਡਾ ਸੀ ਅਤੇ ਜਸਕੀਰਤ ਨੂੰ ਜਿੱਥੇ 8 ਸਾਲ ਦੀ ਜੇਲ੍ਹ ਦੀ ਸਜ਼ਾ ਹੋਈ ਹੈ ਉੱਥੇ ਹੁਣ ਇਹ ਜਿਹੜਾ ਕੁਐਸਚਨ ਖੜਾ ਹੋ ਗਿਆ ਹੈ ਕਿ ਕੀ ਸਜ਼ਾ ਪੂਰੀ ਕਰਨ ਤੋਂ ਬਾਅਦ ਉਸਨੂੰ ਇੱਥੋਂ ਡਿਪੋਰਟ ਕੀਤਾ ਜਾਣਾ ਚਾਹੀਦਾ ਹੈ ਜਾਂ ਨਹੀਂ। ਇਸ ਦੇ ਉੱਤੇ ਲੋਕ ਜਿਹੜੇ ਨੇ ਵੰਡੇ ਹੋਏ ਨੇ। ਕੁਝ ਕਹਿੰਦੇ ਨੇ ਕਿ ਨਹੀਂ ਜੀ, ਸਜ਼ਾ ਤੋਂ ਬਾਅਦ ਉਸਨੂੰ ਬਿਲਕੁਲ ਇੱਥੋਂ ਕੈਨੇਡਾ ਤੋਂ ਜਿਹੜਾ ਦੇਸ਼ ਨਿਕਾਲਾ ਡਿਪੋਰਟ ਕਰ ਦਿੱਤਾ ਜਾਣਾ ਚਾਹੀਦਾ। ਪਰ ਕੁਝ ਲੋਕ ਕਹਿ ਰਹੇ ਨੇ ਕਿ ਉਹ ਐਕਸੀਡੈਂਟ ਸੀ, ਉਸਨੂੰ ਸਜ਼ਾ ਮਿਲ ਗਈ ਹੈ ਅਤੇ ਉਸਨੂੰ ਡਿਪੋਰਟ ਨਹੀਂ ਕੀਤਾ ਜਾਣਾ ਚਾਹੀਦਾ। ਸਾਡੇ ਸਰੋਤੇ ਇਸ ਬਾਰੇ ਕੀ ਸੋਚਦੇ ਨੇ, ਦਰਸ਼ਕ ਕੀ ਸੋਚਦੇ ਨੇ? ਸਰੋਤੇ ਸਾਡੇ ਰੇਡੀਓ ਸੁਰਸੰਗਮ ਰਾਹੀਂ ਸੁਣ ਰਹੇ ਨੇ, ਦਰਸ਼ਕ ਜਿਹੜੇ ਪੰਜਾਬੀ ਨੈਸ਼ਨਲ TV ਦੇਖ ਰਹੇ ਨੇ, ਉਹ ਆਪਣੇ ਸੁਝਾਅ ਜਿਹੜੇ ਨੇ ਦੇ ਸਕਣਗੇ। 403 204 0011 403 204 0011। ਪਰ ਇੱਕ ਅਸੀਂ ਕਮਰਸ਼ੀਅਲ ਬ੍ਰੇਕ ਲਵਾਂਗੇ ਤੇ ਉਸ ਤੋਂ ਬਾਅਦ ਅਸੀਂ ਆਪ ਦੀਆਂ ਕਾਲਸ ਲੈਣੀਆਂ ਜਿਹੜੀਆਂ ਨੇ ਉਹ ਸ਼ੁਰੂ ਕਰਾਂਗੇ। ਕਮਰਸ਼ੀਅਲ ਬ੍ਰੇਕ ਤੋਂ ਬਾਅਦ ਇਸ ਟੌਪਿਕ ਦੇ ਉੱਤੇ ਕਾਲਸ ਅਸੀਂ ਲਵਾਂਗੇ ਜੀ। ਪੰਜਾਬ ਇੰਸ਼ੋਰੈਂਸ, ਜੇਕਰ ਤੁਸੀਂ ਆਪਣੀ ਲਾਈਫ ਇੰਸ਼ੋਰੈਂਸ, ਮਾਰਗੇਜ ਇੰਸ਼ੋਰੈਂਸ, ਡਿਸੇਬਿਲਿਟੀ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਕਰਵਾਉਣੀ ਹੋਵੇ ਤਾਂ ਬਿਹਤਰੀਨ ਸਲਾਹ ਲਈ ਯਾਦ ਕਰੋ ਜਸਜੀਤ ਸਿੰਘ ਬਾਵਾ ਨੂੰ। ਬੱਚਿਆਂ ਲਈ ਖਾਸ ਐਜੂਕੇਸ਼ਨ ਪਲਾਨ ਜਾਂ RRSP ਤੋਂ ਇਲਾਵਾ ਜੇ ਤੁਹਾਡੇ ਕੋਲ ਕੋਈ ਵਿਜ਼ਿਟ ਕਰਨ ਆ ਰਿਹਾ ਹੋਵੇ ਜਾਂ ਤੁਸੀਂ ਕਿਤੇ ਟਰੈਵਲ ਕਰਨਾ ਹੋਵੇ ਤਾਂ ਟਰੈਵਲ ਇੰਸ਼ੋਰੈਂਸ ਲਈ ਲੰਬੇ ਸਮੇਂ ਤੋਂ ਸੇਵਾਵਾਂ ਦੇ ਰਹੇ ਪੰਜਾਬ ਇੰਸ਼ੋਰੈਂਸ ਦੇ ਭਰੋਸੇਮੰਦ ਬ੍ਰੋਕਰ ਜਸਜੀਤ ਸਿੰਘ ਬਾਵਾ ਨੂੰ ਯਾਦ ਕਰੋ। ਫੋਨ ਨੰਬਰ 780 266 6161 780 266 6161। ਜੇਕਰ ਆਪਣੇ ਕੋਲ ਪਰਸਨਲ ਇੰਸ਼ੋਰੈਂਸ ਹੈ ਤਾਂ ਸਾਨੂੰ ਤਸੱਲੀ ਰਹਿੰਦੀ ਹੈ ਕਿ ਜ਼ਿੰਦਗੀ ਵਿੱਚ ਆਉਣ ਵਾਲੀਆਂ ਅਚਨਚੇਤ ਘਟਨਾਵਾਂ ਤੋਂ ਅਸੀਂ ਹਮੇਸ਼ਾ ਸੁਰੱਖਿਅਤ ਹਾਂ। ਇੰਸ਼ੋਰੈਂਸ ਦੀਆਂ ਸੇਵਾਵਾਂ ਨਿਭਾਉਣ ਲਈ ਪੰਜਾਬ ਇੰਸ਼ੋਰੈਂਸ ਦੀ ਸਮੁੱਚੀ ਟੀਮ ਆਪ ਸਭ ਦੀ ਸੇਵਾ ਵਿੱਚ ਹਮੇਸ਼ਾ ਹਾਜ਼ਰ ਹੈ। ਪੰਜਾਬ ਇੰਸ਼ੋਰੈਂਸ। ਕੈਨੇਡਾ ਦੀ ਧਰਤੀ ਤੇ ਪੈਰ ਪਾਉਣਾ ਚਾਹੁੰਦੇ ਹੋ ਜਾਂ ਪੱਕੇ ਵਸਨੀਕ ਬਣਨ ਦੇ ਸੁਪਨੇ ਦੇਖ ਰਹੇ ਹੋ ਤਾਂ ਇਹ ਸੁਪਨੇ ਸਾਕਾਰ ਕਰਨ ਲਈ ਤੁਸੀਂ ਐਡਮਿੰਟਨ ਸ਼ਹਿਰ ਦੀ ਜਾਣੀ ਪਛਾਣੀ ਇਮੀਗ੍ਰੇਸ਼ਨ ਕੰਸਲਟੈਂਸੀ ਕੈਰੀਅਰ ਪਲੱਸ ਇਮੀਗ੍ਰੇਸ਼ਨ ਦੇ ICCRC ਤੋਂ ਮਾਨਤਾ ਪ੍ਰਾਪਤ ਮਾਹਿਰਾਂ RCIC ਸਰਦਾਰ ਕਮਲਜੀਤ ਸਿੰਘ ਅਤੇ ਪਰਮਜੀਤ ਕੌਰ ਨੂੰ 780 462 4000 ਅਤੇ 780 709 8600 ਤੇ ਸੰਪਰਕ ਕਰੋ। 912935 ਐਵੀਨਿਊ ਨਾਰਥ ਵੈਸਟ ਐਡਮਿੰਟਨ ਤੇ ਸਥਿਤ ਕੈਰੀਅਰ ਪਲੱਸ ਇਮੀਗ੍ਰੇਸ਼ਨ ਦੀ ਟੀਮ ਨੂੰ ਇਮੀਗ੍ਰੇਸ਼ਨਸ ਅਪੀਲ, ਹਿਊਮੈਨਿਟੇਰੀਅਨ ਐਂਡ ਕੰਪੈਸ਼ਨੇਟ ਐਪਲੀਕੇਸ਼ਨਸ ਲਾਉਣ ਲਈ ਵਿਸ਼ੇਸ਼ ਮੁਹਾਰਤ ਹੈ। ਮੈਂ ਤੇ ਕੈਰੀਅਰ ਪਲੱਸ ਦੀ ਸਾਰੀ ਟੀਮ ਰਿਫਿਊਜ਼ਡ ਐਪਲੀਕੇਸ਼ਨ ਤੇ ਕੰਮ ਕਰਨ ਲਈ ਮਾਹਰ ਹਨ। ਅਸੀਂ ਲੀਗਲ ਵੇ ਦੇ ਨਾਲ ਰਿਫਿਊਜ਼ਡ ਐਪਲੀਕੇਸ਼ਨਾਂ ਨੂੰ ਅਪਰੂਵ ਕਰਾਉਂਦੇ ਹਾਂ। ਜੇ ਤੁਹਾਡੀ ਕਿਸੇ ਵੀ ਤਰ੍ਹਾਂ ਦੀ ਕੋਈ ਕੈਨੇਡੀਅਨ ਇਮੀਗ੍ਰੇਸ਼ਨ ਦੀ ਐਪਲੀਕੇਸ਼ਨ ਰਿਫਿਊਜ਼ ਹੈ ਤਾਂ ਇੱਕ ਵਾਰੀ ਜ਼ਰੂਰ ਆ ਕੇ ਮਿਲੋ। ਕੈਰੀਅਰ ਪਲੱਸ ਇਮੀਗ੍ਰੇਸ਼ਨ। ऑनर ऑपरेटर्स ਲਈ ਜ਼ਰੂਰੀ ਸੂਚਨਾ। ਲਾਈਟ ਸਪੀਡ ਲੌਜਿਸਟਿਕ ਵਾਲੇ ऑनर ऑपरेटर्स ਹਾਇਰ ਕਰ ਰਹੇ ਨੇ। ਲਾਈਟ ਸਪੀਡ ਲੌਜਿਸਟਿਕ ਅਲਬਰਟਾ BC ਲੇਨ ਤੇ $1.80 ਪਰ ਮਾਈਲ ਪੇ ਕਰ ਰਹੇ ਨੇ। 20 ਸਾਲ ਤੋਂ ਵੱਧ ਟਰੱਕਿੰਗ ਇੰਡਸਟਰੀ 'ਚ ਇੱਕ ਸਥਾਪਿਤ ਨਾਮ ਲਾਈਟ ਸਪੀਡ ਲੌਜਿਸਟਿਕ। ਜੇਕਰ ਤੁਸੀਂ ਅਲਬਰਟਾ BC ਲੇਨ ਤੇ ਕੰਮ ਕਰਨਾ ਚਾਹੁੰਦੇ ਹੋ ਤਾਂ ਅੱਜ ਹੀ ਲਾਈਟ ਸਪੀਡ ਲੌਜਿਸਟਿਕ ਦੀ ਹਾਇਰਿੰਗ ਟੀਮ ਨੂੰ ਸੰਪਰਕ ਕਰੋ। ਮਰਸੀਡੀਜ਼ ਬੈਂਜ਼ ਕੰਟਰੀ ਹਿਲਸ ਤੁਹਾਡੇ ਸੁਪਨਿਆਂ ਦੀ ਕਾਰ ਲਈ ਇੱਕ ਟਿਕਾਣਾ। ਕੈਲਗਰੀ 에ਅਰਪੋਰਟ ਦੇ ਨੇੜੇ ਮਰਸੀਡੀਜ਼ ਦੀ ਕੈਨੇਡਾ 'ਚ ਸਭ ਤੋਂ ਵੱਡੀ ਡੀਲਰਸ਼ਿਪ। 70 ਦੇ ਕਰੀਬ ਕਾਰਾਂ ਡਿਸਪਲੇ ਤੇ ਹੁੰਦੀਆਂ ਨੇ। ਕਾਰਾਂ ਸੰਬੰਧੀ ਸਾਰੀ ਜਾਣਕਾਰੀ ਗੌਰਵ ਸ਼ਰਮਾ ਜੀ ਤੋਂ ਪੰਜਾਬੀ, ਹਿੰਦੀ, ਉਰਦੂ ਜਾਂ ਇੰਗਲਿਸ਼ ਵਿੱਚ ਗੱਲਬਾਤ ਕਰਕੇ ਲਈ ਜਾ ਸਕਦੀ ਹੈ। ਸਾਰੇ ਪਰਿਵਾਰ ਦੀ ਪਸੰਦ ਦੀ ਕਾਰ ਮਰਸੀਡੀਜ਼ ਬੈਂਜ਼ ਕੰਟਰੀ ਹਿਲ। ਪੰਜਾਬ ਡਰਾਈਵਿੰਗ ਅਕੈਡਮੀ। ਕਾਰ, ਟਰੱਕ ਜਾਂ ਬੱਸ ਦਾ ਡਰਾਈਵਿੰਗ ਲਾਇਸੈਂਸ ਲੈਣ ਲਈ ਯਾਦ ਰੱਖੋ ਪੰਜਾਬ ਡਰਾਈਵਿੰਗ ਅਕੈਡਮੀ। ਇਹ ਕਲਾਸ 1, 2 ਅਤੇ 3 ਦੀ ਪ੍ਰੋਫੈਸ਼ਨਲ ਟ੍ਰੇਨਿੰਗ ਦਿੰਦੇ ਹਨ। ਪੰਜਾਬ ਡਰਾਈਵਿੰਗ ਅਕੈਡਮੀ ਤੋਂ ਤੁਸੀਂ 에ਅਰ ਬ੍ਰੇਕ ਅਤੇ DDC ਦੀਆਂ ਕਲਾਸਾਂ ਵੀ ਲਾ ਸਕਦੇ ਹੋ।
DDC ਕਲਾਸ ਲਾਉਣ ਨਾਲ ਤੁਹਾਨੂੰ ਸਸਤੀ ਇੰਸ਼ੋਰੈਂਸ ਮਿਲ ਸਕਦੀ ਹੈ। ਡਰਾਈਵਿੰਗ ਸਿੱਖਣ ਲਈ ਪੰਜਾਬ ਡਰਾਈਵਿੰਗ ਅਕੈਡਮੀ ਦਾ ਨਾਮ ਅਤੇ ਫੋਨ ਨੰਬਰ ਨੋਟ ਕਰ ਲਓ 403 903 8200 ਯੂਨਿਟ 209 4556 ਵੈਸਟ ਵਿੰਡਸ ਡਰਾਈਵ ਨਾਰਥ ਈਸਟ ਕੈਲਗਰੀ ਪੰਜਾਬ ਡਰਾਈਵਿੰਗ ਅਕੈਡਮੀ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਹੁਣ 3 ਲੋਕੇਸ਼ਨਸ ਨਾਲ ਕੈਲਗਰੀ ਵਾਸੀਆਂ ਦੀ ਸੇਵਾ ਵਿੱਚ। ਸਾਂਝਾ ਪੰਜਾਬ ਤੋਂ ਹਰ ਪ੍ਰਕਾਰ ਦੀ ਇੰਡੀਅਨ ਅਤੇ ਪਾਕਿਸਤਾਨੀ ਗ੍ਰੋਸਰੀ ਮਿਲਦੀ ਹੈ। ਇਹਨਾਂ ਦੀਆਂ 3 ਲੋਕੇਸ਼ਨਸ ਤੋਂ ਸਾਫ਼ ਸੁਥਰੀਆਂ ਦਾਲਾਂ, ਮਸਾਲੇ, ਤਾਜ਼ੀਆਂ ਸਬਜ਼ੀਆਂ ਅਤੇ ਹਰ ਪ੍ਰਕਾਰ ਦੇ ਭਾਂਡੇ ਖਰੀਦ ਸਕਦੇ ਹੋ। ਸਾਂਝਾ ਪੰਜਾਬ ਵਾਲੇ ਕਰੋਨਾ ਦੇ ਟਾਈਮ ਵਿੱਚ ਆਪਣੇ ਸਟਾਫ ਅਤੇ ਕਸਟਮਰਜ਼ ਨੂੰ ਸੁਰੱਖਿਅਤ ਰੱਖਣ ਲਈ ਸਾਰੀਆਂ ਸਾਵਧਾਨੀਆਂ ਵਰਤਦੇ ਹਨ। ਆਪਣੀਆਂ ਗ੍ਰੋਸਰੀ ਲੋੜਾਂ ਲਈ ਅੱਜ ਹੀ ਆਪਣੇ ਨਜ਼ਦੀਕੀ ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੀ ਲੋਕੇਸ਼ਨ ਤੇ ਪਹੁੰਚੋ। ਸਾਂਝਾ ਪੰਜਾਬ ਗ੍ਰੋਸਰੀ ਸਟੋਰ। ਜੇਕਰ ਤੁਸੀਂ ਇੱਕ ਬਿਜ਼ਨਸ ਓਨਰ ਹੋ ਜਾਂ ਕੋਈ ਪ੍ਰੋਫੈਸ਼ਨਲ ਹੋ, ਤੁਹਾਡਾ ਤੇ ਮੇਰਾ ਮਿਲਣਾ ਬਹੁਤ ਜ਼ਰੂਰੀ ਹੈ, ਕਿਉਂਕਿ ਅਸੀਂ ਬੈਠ ਕੇ ਡਿਸਕਸ ਕਰਾਂਗੇ ਕਿ ਕਿਸ ਤਰ੍ਹਾਂ ਤੁਹਾਡੇ ਬਿਜ਼ਨਸ ਨੂੰ ਪ੍ਰੋਟੈਕਟ ਕੀਤਾ ਜਾ ਸਕਦਾ ਹੈ ਅਤੇ ਤੁਹਾਡੀ ਫਿਊਚਰ ਵਾਲੀ ਇਨਕਮ ਨੂੰ ਕਿਸ ਤਰ੍ਹਾਂ ਅਸੀਂ ਪ੍ਰੋਟੈਕਟ ਕਰ ਸਕਦੇ ਹਾਂ। ਸਟੇਟ ਪਲਾਨਿੰਗ ਦੇ ਵਿੱਚ ਅਸੀਂ ਡਿਸਕਸ ਕਰਾਂਗੇ ਕਿ ਜਿਹੜੇ ਤੁਹਾਡੇ ਮਿਹਨਤ ਨਾਲ ਬਣਾਏ ਹੋਏ ਐਸੈਟਸ ਨੇ ਉਹ ਤੁਹਾਡੇ ਤੋਂ ਬਾਅਦ ਤੁਹਾਡੇ ਬੱਚਿਆਂ ਨੂੰ ਕਿਸ ਤਰ੍ਹਾਂ ਡਿਸਟ੍ਰੀਬਿਊਟ ਕੀਤੇ ਜਾਣ ਤਾਂ ਕਿ ਤੁਹਾਡੇ ਬੱਚਿਆਂ ਦਾ ਆਪਸ ਵਿੱਚ ਪਿਆਰ ਵੀ ਬਣਿਆ ਰਹੇ। 403 437 44 45 ਇਹ ਮੇਰਾ ਫ਼ੋਨ ਨੰਬਰ ਹੈ ਜੀ। 403 437 4445। ਪੰਜਾਬੀ ਨੈਸ਼ਨਲ ਟੀਵੀ ਤੇ ਪ੍ਰਾਈਮ ਟਾਈਮ ਸ਼ੋਅ ਦੇ ਵਿੱਚ ਇੱਕ ਵਾਰ ਫਿਰ ਆਪ ਸਭ ਦਾ ਸਵਾਗਤ ਹੈ। ਮੈਂ ਆਪ ਜੀ ਦਾ ਹੋਸਟ ਰਣਜੀਤ ਸਿੱਧੂ, ਮੇਰੇ ਨਾਲ ਸਾਥ ਦੇ ਰਹੇ ਹਨ ਜੱਗੀ ਢਿੱਲੋਂ ਜੀ। ਅਸੀਂ ਬ੍ਰੇਕ ਤੇ ਜਾਣ ਤੋਂ ਪਹਿਲਾਂ ਗੱਲ ਕੀਤੀ ਸੀ ਕਿ ਸਾਲ 2018 ਵਿੱਚ ਇੱਕ ਬਹੁਤ ਭਿਆਨਕ ਬੱਸ ਹਾਦਸਾ ਹੋਇਆ ਸੀ ਸਸਕੈਚਵਨ ਦੇ ਵਿੱਚ, ਜਿਸ ਦੇ ਵਿੱਚ 16 ਹਾਕੀ ਖਿਡਾਰੀਆਂ ਦੀ ਮੌਤ ਹੋ ਗਈ ਸੀ। ਬਹੁਤ ਸਾਰੇ ਨੌਜਵਾਨ ਹਾਕੀ ਖਿਡਾਰੀ ਜ਼ਖਮੀ ਹੋ ਗਏ ਸੀ। ਉਸ ਦੇ ਵਿੱਚ ਅਦਾਲਤ ਵੱਲੋਂ ਜੋ ਉਸ ਸਮੇਂ ਟਰੱਕ ਡਰਾਈਵਰ ਸੀਗੇ ਜਸਕੀਰਤ ਸਿੱਧੂ, ਉਹਨਾਂ ਨੂੰ ਇੱਕ ਉਸ ਸਮੇਂ ਇੱਕ ਐਕਸੀਡੈਂਟ ਦੇ ਹਿਸਾਬ ਨਾਲ ਬਹੁਤ ਵੱਡੀ ਸਜ਼ਾ 8 ਸਾਲ ਦੀ ਜੇਲ੍ਹ ਦੀ ਸਜ਼ਾ ਦਿੱਤੀ। ਜੇਲ੍ਹ ਦੀ ਸਜ਼ਾ ਤੋਂ ਕੱਟ ਹੀ ਰਹੇ ਨੇ, ਪਰ ਹੁਣ ਵਿਸ਼ਾ ਇਹ ਸ਼ੁਰੂ ਹੋ ਗਿਆ ਹੈ ਜੀ ਕਿ ਕੀ ਉਹਨਾਂ ਨੂੰ ਸਜ਼ਾ ਤੋਂ ਬਾਅਦ ਡਿਪੋਰਟ ਕੀਤਾ ਜਾਣਾ ਚਾਹੀਦਾ ਹੈ ਜਾਂ ਨਹੀਂ। ਬਹੁਤ ਸਾਰੇ ਲੋਕ ਇਸ ਦੇ ਉੱਤੇ ਵੰਡੇ ਹੋਏ ਨੇ, ਵੱਖਰੀ ਵੱਖਰੀ ਰਾਏ ਦੇ ਰਹੇ ਨੇ। ਸਾਡੇ ਨਾਲ ਕਾਲਰ ਨੇ, 2 ਕਾਲਰ ਨੇ, ਵਾਰੀ-ਵਾਰੀ ਉਹਨਾਂ ਨੂੰ ਅਟੈਂਡ ਕਰਾਂਗੇ ਜੀ। ਸਭ ਤੋਂ ਪਹਿਲਾਂ ਸਾਡੇ ਨਾਲ ਬਲਰਾਜ ਸਿੰਘ ਜੀ ਨੇ। ਜੀ ਬਲਰਾਜ ਜੀ। ਹੈਲੋ। ਹਾਂਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਜੀ ਹਾਂਜੀ, ਮੈਂ ਤੁਹਾਡਾ ਪ੍ਰੋਗਰਾਮ ਦੇਖ ਰਿਹਾ ਸੀਗਾ ਤੇ ਇਹਦੇ ਰਿਲੇਟਡ ਹੀ ਮੈਂ ਗੱਲ ਕਰਨੀ ਆ। ਮੈਂ ਵੀ ਐਜ਼ ਅ ਇੱਥੇ ਟਰੱਕ ਡਰਾਈਵਰ ਕੰਮ ਕਰਦਾ, ਐਜ਼ ਅ ਪ੍ਰੋਫੈਸ਼ਨਲ ਡਰਾਈਵਰ ਜੀ। ਪਰ ਜਦੋਂ ਤੁਸੀਂ ਰੋਡ ਦੇ ਉੱਤੇ ਹੁੰਦੇ ਹੋ, ਤੁਸੀਂ ਰੋਜ਼ ਘਰੋਂ ਸੋਚ ਕੇ ਜਾਂਦੇ ਹੋ ਵੀ ਠੀਕ ਰਹੇ ਸਾਰਾ ਕੁਝ, ਹਨਾ। ਰਸਤੇ ਦੇ ਵਿੱਚ ਕੁਝ ਵੀ ਹੋ ਸਕਦਾ, ਜੋ ਕਿ ਜਸਕੀਰਤ ਸਿੱਧੂ ਦੇ ਨਾਲ ਹੋਇਆ ਜੀ। ਤੇ ਪੂਰੇ ਕੈਨੇਡਾ ਦੇ ਵਿੱਚ ਵੀ ਇੰਨੀ ਜ਼ਿਆਦਾ ਸਜ਼ਾ, ਸਪੈਸ਼ਲੀ ਐਕਸੀਡੈਂਟ ਕੇਸ ਦੇ ਵਿੱਚ, ਇਹ ਕੇਸ ਵੀ ਬਹੁਤ ਵੱਡਾ ਸੀਗਾ, ਏਡੀ ਵੱਡੀ ਸਜ਼ਾ ਕਿਸੇ ਨੂੰ ਨਹੀਂ ਹੋਈ ਹੈਗੀ ਜੀ। ਪਰ ਉਹਨੂੰ ਆਲਰੇਡੀ ਇਨਫ ਮਿਲ ਚੁੱਕੀ ਆ ਸਜ਼ਾ, ਤੇ ਉਹ ਆਪਣਾ ਕੰਟਰੀਬਿਊਟ ਪੂਰਾ ਉਹਦੇ 'ਚ ਕਰ ਰਿਹਾ। ਕਦੇ ਕੋਈ ਨਿਊਜ਼ ਦੇ ਵਿੱਚ ਨਹੀਂ ਸੁਣਿਆ ਵੀ ਉਹਦੇ ਲਈ ਕੋਈ ਨਾ ਕੋਈ ਕਿੱਦਾਂ ਦੀ ਕੋਈ ਕੰਮ ਕੀਤਾ ਗਿਆ ਵਾ, ਪਰ ਉਹਨੂੰ ਡਿਪੋਰਟ ਨਹੀਂ ਕਰਨਾ ਚਾਹੀਦਾ। ਉਹਨੂੰ ਇੱਕ ਹੋਰ ਮੌਕਾ ਦੇਣਾ ਚਾਹੀਦਾ ਕੈਨੇਡਾ ਦੀ ਸਰਕਾਰ ਵੱਲੋਂ। ਉਹ ਇੱਥੇ ਸਟੂਡੈਂਟ ਆਇਆ ਸੀ, ਉਹਨੇ ਆਪਣੀ ਪੜ੍ਹਾਈ ਕੀਤੀ ਆ, ਵਰਕ ਪਰਮਿਟ ਲਿਆ, ਤੇ ਫਿਰ ਮਿਹਨਤ ਕੀਤੀ ਆ ਤੇ PR ਹੋਇਆ, ਫਿਰ ਉਹ ਜਾ ਕੇ ਡਰਾਈਵਿੰਗ ਤੇ ਬੈਠਾ। ਪਰ ਉਹਦੀ ਕਿਸਮਤ ਦੇ ਵਿੱਚ ਜੋ ਲਿਖਿਆ ਸੀ ਆਲਰੇਡੀ ਇਨਫ ਹੋ ਗਿਆ, ਤੇ ਉਹਨੂੰ ਡਿਪੋਰਟ ਨਹੀਂ ਕਰਨਾ ਚਾਹੀਦਾ। ਉਹਨੂੰ ਇੱਥੇ ਇੱਕ ਹੋਰ ਮੌਕਾ ਦੇਣਾ ਚਾਹੀਦਾ। ਸੋ ਤੁਹਾਡੇ ਮੁਤਾਬਕ ਉਹਨਾਂ ਦੀ ਸਜ਼ਾ ਜਿੰਨੀ ਕੁ ਉਹਨਾਂ ਨੂੰ ਮਿਲ ਚੁੱਕੀ ਹੈ ਉਹ ਕਾਫੀ ਹੈ, ਤੇ ਹੁਣ ਉਹਨਾਂ ਨੂੰ ਡਿਪੋਰਟ ਨਹੀਂ ਕੀਤਾ ਜਾਣਾ ਚਾਹੀਦਾ। ਹਾਂਜੀ ਜੀ, ਉਹਨੂੰ ਜੋ ਸਜ਼ਾ ਮਿਲੀ ਹੈ, ਤੇ ਨਾਲ ਜੇ ਆਪਾਂ ਦੇਖੀਏ ਤਾਂ ਕਿਤੇ ਆਪਾਂ ਤੋਂ ਛੋਟੀ ਗਲਤੀ ਹੋ ਜਾਵੇ, ਆਪਾਂ ਪੂਰੀ ਲਾਈਫ ਦੇ ਲਈ ਸੋਚਦੇ ਰਹਿੰਦੇ ਹਾਂ। ਜੋ ਉਹ ਤੋਂ ਗਲਤੀ ਹੋਈ ਆ ਮੈਂਟਲੀ, ਉਹ ਮਤਲਬ ਕਿ ਮੈਂ ਸੋਚ ਨਹੀਂ ਸਕਦਾ ਹੈਗਾ। ਮੈਂ ਹਾਲੇ ਵੀ ਗੱਲ ਕਰਦਾ ਵੀ ਉਹ ਕਿੱਦਾਂ ਹੈਂਡਲ ਕਰ ਰਿਹਾ ਹੋਣਾ। ਬਿਲਕੁਲ। ਤੇ ਇਹ ਚੀਜ਼ ਆ ਵੀ ਉਹਨੂੰ ਆਲਰੇਡੀ ਇਨਫ ਆ, ਤੇ ਹੁਣ ਉਹਨੂੰ ਬਈ ਇੱਥੇ ਰਹਿ ਕੇ ਉਹਨੂੰ ਮਤਲਬ ਕਿ ਆਪਣੀ ਲਾਈਫ ਦੁਬਾਰੇ ਸ਼ੁਰੂ ਕਰਨ ਦਾ ਮੌਕਾ ਦਿੱਤਾ ਜਾਣਾ ਚਾਹੀਦਾ। ਠੀਕ ਹੈ ਬਲਰਾਜ ਜੀ, ਧੰਨਵਾਦ ਤੁਹਾਡਾ ਕਾਲ ਕਰਨ ਲਈ, ਆਪਣੇ ਵਿਚਾਰ ਰੱਖਣ ਲਈ। ਬਹੁਤ ਸ਼ੁਕਰੀਆ ਤੁਹਾਡਾ ਕਾਲ ਕਰਨ ਲਈ। ਮੈਂ ਐਪਰੀਸ਼ੀਏਟ ਕਰੂੰਗਾ ਜੀ ਇਹਨਾਂ ਦੇ ਵਿਊ ਦਾ। ਕਾਰਨ ਹੈਗਾ ਕਿ ਦੇਖੋ ਕੇਸ ਦੇ ਦੌਰਾਨ ਵੀ ਉਹਨਾਂ ਨੇ ਜਿਹੜੀ ਸੀਗੀ ਉਹ ਆਪਣੀ ਗਲਤੀ ਕਬੂਲੀ ਆ। ਸੋ ਔਰ ਫਿਰ ਉਹਨਾਂ ਨੂੰ ਇਸ ਗੱਲ ਦਾ ਅਫਸੋਸ ਆ। ਤੇ ਇੱਕ ਹੁੰਦਾ ਕਿ ਕੋਈ ਚੀਜ਼ ਇੰਟੈਂਸ਼ਨਲੀ ਕੀਤੀ ਜਾਣੀ, ਪਰ ਕੋਈ ਵੀ ਡਰਾਈਵਰ ਆ ਉਹ ਅਗਰ ਉਹ ਜਿੱਦਾਂ ਬਿਲਕੁਲ ਇਹਨਾਂ ਨੇ ਰਾਈਟਲੀ ਕਿਹਾ, ਉਹ ਘਰੋਂ ਅਗਰ ਨਿਕਲਦਾ ਹੈ ਤੇ ਉਹ ਇਸ ਇਰਾਦੇ ਨਾਲ ਨਹੀਂ ਨਿਕਲਦਾ ਕਿ ਉਹ ਇਹੋ ਜਿਹੇ ਇਨਸੀਡੈਂਟ ਦੇ ਵਿੱਚ ਇਨਵੋਲਵ ਹੋ ਜਾਏ ਜਿਹਨੂੰ ਨਾਟ ਓਨਲੀ ਕਿ ਇੰਨੀਆਂ ਜਾਨਾਂ ਜਿਹੜੀਆਂ ਨੇ, ਵਡਮੁੱਲੀਆਂ ਜਾਨਾਂ ਜਿਹੜੀਆਂ ਨੇ ਉਹ ਜਾਣ, ਆਪਣਾ ਇੱਕ ਜਿਹੜੇ ਚਲੇ ਜਾਂਦੇ ਨੇ ਉਹ ਤਾਂ ਚਲੇ ਜਾਂਦੇ ਨੇ, ਤੇ ਜਿਹੜੇ ਪਿੱਛੇ ਰਹਿ ਜਾਂਦੇ ਨੇ ਉਹਨਾਂ ਵਾਸਤੇ ਤਾਂ ਉਮਰ ਇੱਕ ਪਰਮਾਨੈਂਟ ਜਿਹੜੀ ਸੱਟ ਆ, ਇੱਕ ਪਰਮਾਨੈਂਟ ਟੀਸ ਜਿਹੜੀ ਆ, ਉਹ ਹਮੇਸ਼ਾ ਜਿਹੜੀ ਆ ਬਰਕਰਾਰ ਰਹਿੰਦੀ ਆ। ਸੋ ਬਿਲਕੁਲ ਠੀਕ ਹੈ ਜੀ, ਇਹਨਾਂ ਦਾ ਵਿਊ ਐਪਰੀਸ਼ੀਏਟ ਕਰਦੇ ਜੀ। ਥੈਂਕ ਯੂ ਜੀ, ਥੈਂਕ ਯੂ, ਸ਼ੁਕਰੀਆ ਜੀ ਤੁਹਾਡਾ ਵਿਚਾਰ ਰੱਖਣ ਲਈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਾਡੇ ਨਾਲ ਕਾਲਰ ਨੇ। ਹੈਲੋ।
ਹੈਲੋ, ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਨਰਿੰਦਰ ਭਾਜੀ, ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਜੀ। ਪੰਜਾਬੀ ਨੈਸ਼ਨਲ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਮੈਂ ਤੁਹਾਡਾ ਪ੍ਰੋਗਰਾਮ ਦੇਖ ਰਿਹਾ ਸੀਗਾ ਜੀ। ਤੁਸੀਂ ਅੱਜ ਟੌਪਿਕ ਲਿਆਏ, ਚਲੋ ਬੜਾ ਵੱਖਰੀ ਤਰ੍ਹਾਂ ਦਾ ਜੀ। ਤੇ ਬਾਕੀ ਇਹ ਸੋਚਿਆ ਜਾਵੇ ਬਹੁਤ ਮੰਦਭਾਗੀ ਘਟਨਾ ਸੀਗੀ ਸਮੇਂ ਦੀ ਜੀ, ਕਿਉਂਕਿ ਜਿਨ੍ਹਾਂ ਪਰਿਵਾਰਾਂ ਨਾਲ ਇਹ ਘਟਨਾ ਹੋਈ ਆ ਉਹਨਾਂ ਦਾ ਜਿੱਦਾਂ ਕਹਿ ਲਓ ਵੀ ਆਪਾਂ ਦੁੱਖ ਵੰਡਾ ਨਹੀਂ ਸਕਦੇ ਜੀ। ਬੜਾ, ਪਰ ਜਿਹੜੇ ਵੀਰ ਤੋਂ ਇਹੋ ਹੋਈ ਆ ਜਸਕੀਰਤ ਤੋਂ, ਜੇ ਸੋਚਿਆ ਜਾਵੇ ਉਹ ਵੀ ਕੋਈ ਚੀਜ਼ ਮਿੱਥ ਕੇ ਨਹੀਂ ਸੀ ਆਇਆ। ਬਿਲਕੁਲ। ਕਿਉਂਕਿ ਹਰੇਕ ਹੀ ਜਦੋਂ ਕਿਸੇ ਵੀ ਪ੍ਰੋਫੈਸ਼ਨ 'ਚ ਕੋਈ ਵੀ ਬੰਦਾ ਜਦੋਂ ਆਪਣੇ ਕੰਮਕਾਰ ਲਈ ਤੁਰਦਾ ਇਹੀ ਸੋਚ ਕੇ ਤੁਰਦਾ ਵੀ ਮੇਰਾ ਦਿਨ ਵਧੀਆ ਹੋਵੇ, ਬਿਲਕੁਲ ਮੇਰੀ ਵਜ੍ਹਾ ਨਾਲ ਕਿਸੇ ਦਾ ਕੋਈ ਨੁਕਸਾਨ ਨਾ ਹੋਵੇ। ਕਿਉਂਕਿ ਨਾ ਤਾਂ ਉਹ ਵੀਰ ਨੇ ਕੋਈ ਨਸ਼ਾ ਕੀਤਾ ਸੀਗਾ ਕਿਸੇ ਤਰ੍ਹਾਂ ਦਾ, ਬੜੀ ਸਟਰਗਲ ਕੀਤੀ ਉਹਨੇ ਵੀ, ਕਿਉਂਕਿ ਸਟੂਡੈਂਟ ਆਇਆ, ਜੇ ਆਪਾਂ ਸਟੂਡੈਂਟ ਦੀ ਲਾਈਫ ਵੀ ਦੇਖਦੇ ਹਾਂ ਬੜੀ ਸਟਰਗਲ ਭਰੀ ਹੁੰਦੀ ਹੈ ਇੱਥੇ। ਚਲੋ ਖਰਚੇ ਹੋਰ ਇੱਥੇ ਜਿਹੜੇ ਉਹਨੇ ਹੌਲੀ ਹੌਲੀ ਸੈੱਟ ਕੀਤਾ, PR ਹੋ ਗਿਆ ਜੀ, ਵਿਆਹ ਹੋ ਗਿਆ ਉਹਦਾ। ਤੇ ਉਹ ਮੰਦਭਾਗੀ ਘਟਨਾ ਉਹਦੇ ਤੋਂ ਹੀ ਹੋਈ, ਐਕਸੀਡੈਂਟ ਹੋਇਆ, ਉਹਦੇ ਜਿਹੜੇ ਪਰਿਵਾਰਾਂ ਦੇ ਬੱਚੇ ਜਾਨ ਗਵਾ ਚੁੱਕੇ ਆ, ਉਹਨਾਂ ਨਾਲ ਬਹੁਤ ਹਮਦਰਦੀ ਆ, ਆਪਾਂ ਨੂੰ ਦਿਲੋਂ ਬਹੁਤ ਹਮਦਰਦੀ ਆ। ਬਿਲਕੁਲ ਜੀ, ਬਹੁਤ ਵੱਡਾ ਨੁਕਸਾਨ ਹੋਇਆ ਜੀ ਸਾਰੇ ਪਰਿਵਾਰਾਂ ਦਾ। ਬਹੁਤ ਵੱਡਾ, ਕਿਉਂਕਿ ਜਿਸ ਪਰਿਵਾਰ ਚੋਂ ਕੋਈ ਜੀ ਚਲੇ ਜਾਂਦਾ ਨਾ, ਤੇ ਉਹ ਪਰਿਵਾਰ ਨੂੰ ਜਾਂ ਜਿਨ੍ਹਾਂ ਨਾਲ ਉਹ ਸੰਬੰਧਿਤ ਹੈਗਾ ਜੀ, ਉਹਨਾਂ ਨੂੰ ਪਤਾ ਹੁੰਦਾ ਉਹਦਾ ਦੁੱਖ ਕਿੰਨਾ ਆ। ਬਿਲਕੁਲ ਬਿਲਕੁਲ। ਤੇ ਪਰ ਇਹ ਵੀਰ ਦਾ ਚਲੋ ਜੋ ਕਸੂਰ ਤਾਂ ਨਹੀਂ ਸੀਗਾ, ਕੋਈ ਵੀ ਅਣਜਾਣੇ 'ਚ ਗਲਤੀ ਹੋ ਗਈ, ਕੋਈ ਛੋਟਾ ਕੋਈ ਗਲਤੀ ਹੋਵੇਗੀ, ਜੇਕਰ ਹਾਈਵੇ ਰੂਲਸ ਦੇ ਮੁਤਾਬਕ ਗਲਤੀ ਹੋਈ ਵੀ ਹੈ ਤੇ ਉਹਨੂੰ ਕਾਫੀ ਜੇਲ੍ਹ ਦੀ ਸਜ਼ਾ 8 ਸਾਲ ਬਹੁਤ ਵੱਡੀ ਸਜ਼ਾ ਹੁੰਦੀ ਹੈ ਜੀ, ਬਹੁਤ ਵੱਡੀ ਸਜ਼ਾ ਜੀ। ਇਹ ਮੈਨੂੰ ਲੱਗਦਾ ਵੀ ਕੈਨੇਡਾ 'ਚ ਕੀ ਪੂਰੇ ਨਾਰਥ ਅਮਰੀਕਾ 'ਚ ਮੈਨੂੰ ਇਹ ਪਹਿਲੀ ਸਜ਼ਾ ਹੋਣੀ ਹੈ ਜੀ। ਜੀ। ਤੇ ਕਿਉਂਕਿ ਕੋਈ ਉਹਦਾ ਕੋਈ ਪਰਸਨਲ ਨਹੀਂ ਸੀ ਉਹਨਾਂ ਨਾਲ ਰੰਜਿਸ਼, ਕੋਈ ਕਿਸੇ ਤਰ੍ਹਾਂ ਦਾ ਨਹੀਂ ਸੀਗਾ, ਮਤਲਬ ਜਾਣਬੁੱਝ ਕੇ ਕੀਤਾ ਗਿਆ ਨਹੀਂ ਸੀ, ਕ੍ਰਾਈਮ ਨਹੀਂ ਸੀਗਾ ਜੀ। ਕਿਉਂਕਿ ਇਨਸਾਨ ਗਲਤੀਆਂ ਦਾ ਪੁਤਲਾ ਆ ਜੀ। ਤੇ ਸਾਡੀ ਤਾਂ ਇਹ ਹੋਈ, ਜਿੱਦਾਂ ਕਹਿ ਲਓ ਵੀ ਕੈਨੇਡਾ ਸਰਕਾਰ ਨੂੰ ਬੇਨਤੀ ਆ ਵੀ ਉਸ ਵੀਰ ਨੂੰ ਜ਼ਰੂਰ ਚਾਂਸ ਦਿੱਤਾ ਜਾਣਾ ਚਾਹੀਦਾ, ਡਿਪੋਰਟ ਨਹੀਂ ਕਰਨਾ ਚਾਹੀਦਾ। ਠੀਕ ਹੈ, ਕਿਉਂਕਿ ਗਲਤੀ ਅਣਜਾਣੇ 'ਚ ਹੋਈ ਆ ਜੀ, ਉਹਨੂੰ ਜ਼ਰੂਰ ਇੱਕ ਮੌਕਾ ਦਿੱਤਾ ਜਾਣਾ ਚਾਹੀਦਾ। ਉਹਦੇ ਮੈਨੂੰ ਸ਼ਾਇਦ ਮੈਸੇਜ ਵੀ ਉਹਦੇ ਇੱਥੇ ਆ। ਬਿਲਕੁਲ, ਹਾਂਜੀ ਇੱਥੇ ਨੇ, ਹਾਂਜੀ। ਦੁਬਾਰਾ ਉਸ ਵੀਰ ਨੂੰ ਲਾਈਫ ਸਟਾਰਟ ਕਰਨਾ, ਕਿਉਂਕਿ ਉਹ ਵੀ ਮੈਂਟਲੀ ਬਹੁਤ ਵਿਚਾਰਾ ਅਪਸੈਟ ਹੋਊਗਾ ਜਦੋਂ ਆਪਾਂ ਹੀ ਇਹੋ ਗੱਲ ਸੁਣਦੇ ਆ, ਆਪਾਂ ਨੂੰ ਵੀ ਇੱਕ ਸ਼ੌਕ ਲੱਗਦਾ। ਬਿਲਕੁਲ ਜੀ। ਦੇਖੋ ਨਰਿੰਦਰ ਜੀ, ਦਿਲ ਦੇ ਉੱਤੇ ਇਹ ਬੋਝ ਲੈ ਕੇ ਜੀਣਾ ਕਿ ਜਿਸ ਐਕਸੀਡੈਂਟ ਦੇ ਵਿੱਚ ਜਾਂ ਜਿਸ ਹਾਦਸੇ ਦੇ ਵਿੱਚ ਉਹ ਵੀ ਇਨਵੋਲਵਡ ਹੈ ਅਤੇ ਉੱਥੋਂ 16 ਜਣਿਆਂ ਦੀ ਜਾਨ ਦਾ ਚਲੇ ਜਾਣਾ, ਔਰ ਦੇਖੋ ਇਹ ਤਾਂ ਮੈਂ ਕਹਾਂਗਾ ਕਿ ਇੰਨੀ ਯੰਗ ਏਜ ਦੇ ਵਿੱਚ ਜਿਹੜੇ ਬੱਚੇ ਗਏ ਆ, ਭਾਵੇਂ ਕੋਈ ਵੀ ਕਿਸੇ ਵੀ ਏਜ 'ਚ ਕੋਈ ਗਿਆ ਹੋਵੇ ਜੀ, ਲਾਸ ਤਾਂ ਪਰਿਵਾਰਕ ਮੈਂਬਰ ਦਾ ਜਿਹੜਾ ਜੀ ਉਹ ਇਕੁਅਲ ਹੁੰਦਾ। ਇਹ ਨਹੀਂ ਆਪਾਂ ਕਈ ਵਾਰੀ ਸਧਾਰਨ ਗੱਲ 'ਚ ਕਹਿ ਦਿੰਦੇ ਹਾਂ ਜੀ ਦੇਖੋ ਜੀ ਬੜੀ ਯੰਗ ਡੈਥ ਹੋਈ ਹੈ, ਭਾਵੇਂ ਕਿਸੇ ਵੀ ਏਜ 'ਚ ਕਿਸੇ ਦਾ ਵਿਛੋੜਾ ਹੋਵੇ, ਉਹ ਬਹੁਤ ਦੁੱਖ ਦਿੰਦਾ ਜੀ। ਹਾਂਜੀ ਬਿਲਕੁਲ ਜੀ, ਬਿਲਕੁਲ। ਬਹੁਤ ਜ਼ਿਆਦਾ ਮੰਦਭਾਗੀ ਘਟਨਾ ਸੀਗੀ, ਬਹੁਤ ਦੁਖਦਾਈ ਘਟਨਾ ਸੀਗੀ। ਪਰ ਉਹਦੇ ਮੁਤਾਬਕ ਮੈਂ ਇਹ ਨਹੀਂ ਕਹਿੰਦਾ ਵੀ ਉਹਦੀ ਜੋ ਸਜ਼ਾ ਆ ਵੀ ਉਹਦੇ ਮੁਤਾਬਕ ਬਹੁਤ ਸੀ, ਨਹੀਂ, ਪਰ ਉਹ ਵੀਰ ਤੋਂ ਅਣਜਾਣੇ 'ਚ ਗਲਤੀ ਹੋਈ ਆ, ਇਸ ਕਰਕੇ ਵੀ ਕਿਉਂਕਿ ਨਾ ਤਾਂ ਕੋਈ ਨਸ਼ਾ ਕੀਤਾ ਸੀਗਾ। ਬਿਲਕੁਲ, ਆਪਾਂ ਚਲੋ ਇਸ ਚੀਜ਼ ਨੂੰ ਵੀ ਦੇਖੀਏ ਵੀ ਨਸ਼ਾ ਜੀ ਹੋਊਗਾ, ਨਸ਼ਾ ਵੀ ਹੈ ਨਹੀਂ ਸੀ ਇਹਦਾ, ਚਲੋ ਉਹਨਾਂ ਨੇ ਜੋ ਵੀ ਮੈਡੀਕਲ ਬਾਅਦ 'ਚ ਉਹਦਾ ਕੀਤਾ ਜੋ, ਤੇ ਪਰ ਇਸੇ ਕਰਕੇ ਚਾਹੁੰਦੇ ਵੀ ਚਲੋ ਬੰਦਾ ਉਹ ਸਟਰਗਲ ਕਰਨ ਵਾਲਾ ਬੰਦਾ ਆ, ਉਹਨੂੰ ਜ਼ਰੂਰ ਇੱਕ ਮੌਕਾ ਦੇਣਾ ਚਾਹੀਦਾ। ਇੱਥੋਂ ਆਪਣੀ ਲਾਈਫ ਬੜੀ ਹਾਰਡ ਆ, ਉਹਦੇ ਵੀ ਲਾਈਫ ਸਟਾਰਟ ਕਰਨੀ ਦੁਬਾਰਾ, ਇਟਸ ਨਾਟ ਟੂ ਈਜ਼ੀ। ਬਿਲਕੁਲ ਨਰਿੰਦਰ ਜੀ, ਤੁਹਾਡਾ ਬਹੁਤ ਮਿਹਰਬਾਨੀ ਜੀ, ਤੁਹਾਡੇ ਵਿਚਾਰ ਦਾ ਜੀ। ਵਿਚਾਰ ਲਈ ਸ਼ੁਕਰੀਆ ਨਰਿੰਦਰ ਜੀ। ਥੈਂਕ ਯੂ ਸਰ, ਥੈਂਕ ਯੂ। ਓਕੇ, ਸਤਿ ਸ਼੍ਰੀ ਅਕਾਲ ਜੀ। ਬਹੁਤ ਸਾਰੀਆਂ ਕਾਲਸ ਆ ਰਹੀਆਂ ਨੇ, ਹੋ ਸਕਦਾ ਕੁਝ ਕਾਲ ਗੱਲਬਾਤ ਕਰਦੇ ਸਮੇਂ ਮਿਸ ਵੀ ਹੋ ਗਈਆਂ ਹੋਣ ਜੀ, ਤੇ ਸਾਡੇ ਕਾਲਰ ਦੁਬਾਰਾ ਟਰਾਈ ਕਰ ਸਕਦੇ ਨੇ, ਅਸੀਂ ਕੋਸ਼ਿਸ਼ ਕਰ ਰਹੇ ਹਾਂ ਸਾਰੀਆਂ ਕਾਲਾਂ ਲੈਣ ਦੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੇਰਾ ਨਾਮ ਰਮਨੀਤ ਹੈ ਜੀ, ਮੈਂ ਤੁਹਾਡੀ ਡਿਬੇਟ ਸੁਣਦੀ ਸੀਗੀ, ਮੈਂ ਉਹਦੇ ਰਿਗਾਰਡਿੰਗ ਹੀ ਗੱਲ ਕਰਨੀ ਸੀਗੀ ਜੀ। ਹਾਂਜੀ ਹਾਂਜੀ ਹਾਂਜੀ, ਮੈਂ ਤਾਂ ਇਹੀ ਕਹਿਣਾ ਸੀਗਾ ਕਿ ਜੇ ਕਿਸੇ ਨੇ ਇਹ ਗਲਤੀ ਹੋ ਗਈ ਹੈਗੀ ਆ ਕਿ ਇਹ ਬਹੁਤ ਵੱਡੀ ਗਲਤੀ ਹੈਗੀ ਹੈ, ਮੰਨਦੇ ਹੈਗੇ ਆ, ਪਰ ਇਹਦੇ ਨਾਲ ਕਿ ਉਹਨੂੰ ਸਜ਼ਾ ਵੀ ਬਹੁਤ ਵੱਡੀ ਮਿਲ ਚੁੱਕੀ ਹੈਗੀ ਆ ਜੀ। ਇੰਨੀ ਕਿ ਨਾਰਮਲ ਬੰਦੇ ਨੂੰ ਇੰਨੀ ਸਾਰੀ ਜ਼ਿੰਦਗੀ ਉਹਨੇ ਆਪੇ ਸੋਚ ਕੇ ਰਹਿਣਾ ਹੈਗਾ ਇਹ ਚੀਜ਼ ਕਿ ਮੇਰੇ ਤੋਂ ਆ ਹੋ ਗਿਆ, ਉਹਨੇ ਵੀ ਰਹਿਣਾ, ਉਹਦੇ ਪਰਿਵਾਰ ਨੇ ਵੀ ਰਹਿਣਾ ਹੈਗਾ, ਪਰ ਉਹਨੂੰ ਡਿਪੋਰਟ ਨਹੀਂ ਕਰਨਾ ਚਾਹੀਦਾ ਕਿਉਂਕਿ ਉਹ ਆਲਰੇਡੀ ਬਹੁਤ ਕੁਝ ਸਹਿ ਚੁੱਕਿਆ ਤੇ ਸਹਿ ਰਿਹਾ ਵਾ।
ਬਿਲਕੁਲ ਠੀਕ ਹੈ ਜੀ। ਜਿੱਥੇ ਤੱਕ ਹੈਗਾ ਕਿ ਮੈਨੂੰ ਨਹੀਂ ਲੱਗਦਾ ਕਿ ਅੱਜ ਤੱਕ ਕੋਈ ਵੀ ਬੰਦਾ ਇਹੋ ਜਿਹਾ ਹੋਊਗਾ ਜਿਹਨੇ ਡਰਾਈਵਿੰਗ ਇੱਥੇ ਆ ਕੇ ਸਿੱਖੀ ਹੋਊਗੀ ਤੇ ਉਹਨੇ ਕੋਈ ਗਲਤੀ ਨਾ ਕੀਤੀ ਹੋਵੇ। ਪਰ ਇੰਨਾ ਹੈਗਾ ਕਿ ਉਹਦਾ ਟਾਈਮ ਗਲਤ ਸੀ, ਜੇ ਉੱਤੇ ਉਹ ਨਾ ਹੁੰਦਾ ਉੱਤੇ ਕੋਈ ਹੋਰ ਹੋਣਾ ਸੀਗਾ, ਉਹਨੇ ਕ੍ਰਾਸ ਕਰ ਜਾਣਾ ਸੀਗਾ। ਕਿ ਉਹ ਲਿਖੀ ਹੋਈ ਸੀ ਉਹ ਹੋ ਗਿਆ, ਪਰ ਉਹ ਸਜ਼ਾ ਪਹਿਲਾਂ ਹੀ ਬਹੁਤ ਭੁਗਤ ਰਿਹਾ। ਬਿਲਕੁਲ ਐਪਰੀਸ਼ੀਏਟ ਕਰਦੇ ਜੀ ਤੁਹਾਡੀ ਫੀਲਿੰਗ ਔਰ ਐਂਡ ਥੈਂਕਸ ਫॉर द ਕਾਲ ਜੀ। ਥੈਂਕ ਯੂ ਜੀ ਕਾਲ ਕਰਨ ਲਈ, ਸ਼ੁਕਰੀਆ ਜੀ। ਸੋ ਸਾਡੇ ਕੁਝ ਜਿਹੜੇ ਨੇ ਦਰਸ਼ਕ ਉਹਨਾਂ ਦੀਆਂ ਕਾਲਸ ਗੱਲਬਾਤ ਕਰਦੇ ਸਮੇਂ ਮਿਸ ਹੋ ਗਈਆਂ ਨੇ ਜੀ, ਉਹ ਦੁਬਾਰਾ ਕਾਲ ਕਰ ਸਕਦੇ ਨੇ 403 204 0011 403 204 0011 ਦੇ ਉੱਤੇ ਕਾਲ ਕਰਕੇ। ਅੱਜ ਦਾ ਜਿਹੜਾ ਸਾਡਾ ਟੌਪਿਕ ਹੈ ਜੀ ਕਿ ਜਸਕੀਰਤ ਸਿੱਧੂ ਹੁਣਾਂ ਨੂੰ ਬੱਸ ਹਾਦਸੇ ਦੀ 8 ਸਾਲ ਦੀ ਜੇਲ੍ਹ ਦੀ ਸਜ਼ਾ ਹੋਈ ਤੇ ਹੁਣ ਇਹ ਵਿਸ਼ਾ ਬਣਿਆ ਹੋਇਆ ਜੀ ਕਿ ਕੀ ਸਜ਼ਾ ਤੋਂ ਬਾਅਦ ਉਹਨਾਂ ਨੂੰ ਰਿਪੋਰਟ ਵੀ ਕੀਤਾ ਜਾਣਾ ਚਾਹੀਦਾ ਕੈਨੇਡਾ ਤੋਂ ਜਾਂ ਨਹੀਂ। ਇਹਦੇ ਬਾਰੇ ਬਹੁਤ ਸਾਰੇ ਲੋਕ ਸੋਸ਼ਲ ਮੀਡੀਆ 'ਤੇ ਵੀ ਵੱਖ-ਵੱਖ ਰਾਏ ਦਿੰਦੇ ਨੇ। ਕੁਝ ਕਹਿੰਦੇ ਨੇ ਕਿ ਨਹੀਂ ਜੀ ਸਜ਼ਾ ਤੋਂ ਬਾਅਦ ਉਹਨਾਂ ਨੂੰ ਰਿਪੋਰਟ ਵੀ ਕੀਤਾ ਜਾਣਾ ਚਾਹੀਦਾ। ਕੁਝ ਕਹਿ ਰਹੇ ਨੇ ਜੀ ਕਿ ਉਹਨਾਂ ਦੀ ਸਜ਼ਾ ਕਾਫੀ ਉਹਨਾਂ ਨੇ ਕੱਟ ਲਈ ਹੈ, ਜੋ ਉਹਨਾਂ ਨੇ ਗਲਤੀ ਕੀਤੀ ਸੀ ਜਾਣੇ 'ਚ, ਤੇ ਉਹਦੇ ਲਈ ਹੁਣ ਰਿਪੋਰਟ ਨਹੀਂ ਕੀਤਾ ਜਾਣਾ ਚਾਹੀਦਾ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਕੌਣ ਬੋਲ ਰਹੇ ਵੀਰ ਜੀ? ਹਾਂਜੀ, ਮੇਰਾ ਨਾਮ ਗੁਰਪ੍ਰੀਤ ਹੈ ਜੀ, ਮੈਂ ਕੈਲਗਰੀ ਤੋਂ ਹੀ ਹਾਂ ਜੀ। ਗੁਰਪ੍ਰੀਤ ਜੀ। ਹਾਂਜੀ, ਤੇ ਮੈਂ ਆਪਦੇ ਥੋੜੇ ਜਿਹੇ ਵਿਚਾਰ ਸੀ ਜਿਹੜੇ ਮੈਨੂੰ ਲੱਗਦੇ ਆ, ਮੈਂ ਫੀਲ ਕਰਦਾ ਉਸ ਚੀਜ਼ ਬਾਰੇ ਜੀ ਦੱਸਣੇ ਚਾਹੁੰਦਾ। ਜ਼ਰੂਰ। ਕਿ ਜਿਹੜੀ ਵੀ ਚੀਜ਼ ਹੋਈ, ਇੱਕ ਆਪਾਂ ਦੇਖਿਆ ਜਾਵੇ ਐਕਸੀਡੈਂਟ ਹੋਇਆ ਤੇ ਬਹੁਤ ਵੱਡਾ ਨੁਕਸਾਨ ਹੋਇਆ ਉਹਦੇ ਚ ਜੀ। ਤੇ ਹਾਲਾਂਕਿ ਜਸਕੀਰਤ ਦੀ ਆਪਦੀ ਜਾਨ ਵੀ ਜਾ ਸਕਦੀ ਸੀ, ਚਲੋ ਕੁਛ ਵੀ ਹੋਇਆ, ਬਟ ਦ ਥਿੰਗ ਇਜ਼ ਕਿ ਉਹਨੇ ਜਿੰਨੀ ਕੁ ਸਜ਼ਾ ਉਹਨੂੰ ਮਿਲ ਚੁੱਕੀ ਆ ਜਾਂ ਉਹ ਫੀਲ ਕਰ ਰਿਹਾ, ਜਿਹੜੀ ਚੀਜ਼ ਵਿੱਚ ਲੰਘ ਰਿਹਾ, ਆਈ ਡੋਂਟ ਥਿੰਕ ਸੋ ਕਿ ਆਪਾਂ ਉਹ ਚੀਜ਼ ਬਾਰੇ ਸੋਚ ਵੀ ਸਕਦੇ ਹਾਂ। ਬਿਲਕੁਲ। ਤੇ ਹੁਣ ਲਾਈਕ ਜਿੱਦਾਂ ਵੀ ਨਿਊਜ਼ 'ਚ ਆਉਂਦਾ ਕਿ ਉੱਥੇ ਡੈਪੂਟੇਸ਼ਨ ਦੇ ਚਾਰਜਸ ਨੇ, ਉਹਨੂੰ ਡਿਪੋਰਟ ਵੀ ਕੀਤਾ ਜਾ ਸਕਦਾ ਹੈ ਜੀ। ਬਟ ਦ ਥਿੰਗ ਇਜ਼ ਕਿ ਉਹਦੀ ਵਾਈਫ ਵੀ ਇੱਥੇ ਆ, ਆਪਾਂ ਕੋਈ ਉਹਦੇ ਬਾਰੇ ਸੋਚ ਵੀ ਨਹੀਂ ਰਿਹਾ ਜੀ ਕਿ ਇੱਥੇ ਬਹੁਤ ਸਾਰੀਆਂ ਲਾਈਕ ਇੱਕ ਲਾਈਫ ਨਹੀਂ, 2 ਲਾਈਫ ਤੁਸੀਂ ਕਹਿ ਸਕਦੇ ਹੋ। ਤੇ ਜਸਕੀਰਤ ਵੀ ਇੱਕ ਵਿਕਟਮ ਆ ਐਕਸੀਡੈਂਟ ਦਾ। ਬਿਲਕੁਲ। ਹਾਂਜੀ, ਬਿਲਕੁਲ ਸਹੀ ਗੱਲ ਹੈ। ਲਾਈਕ ਮੇਰੇ ਕੋਈ ਮੈਂ ਏਡੀ ਵੱਡੀ ਏਜ ਦਾ ਵੀ ਹੈ ਨਹੀਂ ਕਿ ਮੇਰੇ ਵਿਚਾਰ ਲਾਈਕ ਜਿਹੜਾ ਕਿ ਮੈਂ ਆਪ ਸੋਚ ਰਿਹਾ, ਲਾਈਕ ਫੀਲ ਕਰ ਰਿਹਾ ਉਹਦੇ ਬਾਰੇ, ਕਿ ਮੈਨੂੰ ਲੱਗਦਾ ਕਿ ਆਪਾਂ ਨੂੰ ਇੱਕ ਚਾਂਸ ਦੇਣਾ ਚਾਹੀਦਾ ਉਹਨੂੰ ਜੀ। ਕਿ ਸਿਰਫ ਉਹ ਐਕਸੀਡੈਂਟ ਸੀ, ਨਾ ਉਹ ਕੋਈ ਡਰੱਗ ਸੀਗਾ ਕਰ ਰਿਹਾ, ਨਾ ਉਹ ਫੋਨ ਤੇ ਸੀਗਾ, ਕਿਸੇ ਨਾਲ ਵੀ ਹੋ ਸਕਦਾ, ਈਵਨ ਕਿ ਮੇਰੇ ਨਾਲ ਵੀ ਹੋ ਸਕਦਾ ਸੀ, ਮੈਂ ਵੀ ਹੋ ਸਕਦਾ ਸੀ ਉਹਦੀ ਥਾਂ ਤੇ। ਸੋ ਲਾਈਕ ਮੈਨੂੰ ਪਰਸਨਲੀ ਲੱਗਦਾ ਕਿ ਆਪਾਂ ਨੂੰ ਇੱਕ ਉਹਨੂੰ ਆਪਣੀ ਕੈਨੇਡੀਅਨ ਗਵਰਨਮੈਂਟ ਨੇ ਉਹਨੂੰ ਮੌਕਾ ਦੇਣਾ ਚਾਹੀਦਾ ਆਪਦੀ ਜ਼ਿੰਦਗੀ ਦੁਬਾਰਾ ਤੋਂ ਸ਼ੁਰੂ ਕਰਨ ਦਾ। ਹਾਲਾਂਕਿ ਉਹਦੇ ਆਲਰੇਡੀ ਇੰਨੇ ਵਿਕਟਮ ਨੇ ਤੇ ਆਪਾਂ ਨਹੀਂ ਚਾਹੁੰਦੇ ਇੱਕ ਹੋਰ ਵਿਕਟਮ ਹੋਵੇ ਉਸ ਕੇਸ ਬਾਰੇ। ਠੀਕ ਹੈ ਜੀ, ਬਿਲਕੁਲ ਜੀ, ਐਪਰੀਸ਼ੀਏਟ ਕਰਦੇ ਹਾਂ ਜੀ ਤੁਹਾਡੀ ਕਾਲ ਦਾ ਜੀ। ਸ਼ੁਕਰੀਆ ਜੀ, ਮਿਹਰਬਾਨੀ। ਥੈਂਕ ਯੂ ਸਰ। ਥੈਂਕ ਯੂ। ਹੈਲੋ, ਸਤਿ ਸ਼੍ਰੀ ਅਕਾਲ ਜੀ। ਹੈਲੋ, ਦੁਬਾਰਾ ਕਾਲ ਕਰ ਸਕਦੇ ਨੇ। ਕੁਝ ਕਾਲਰਸ ਦੀਆਂ ਕਾਲ ਜਿਹੜੀਆਂ ਨੇ ਮਿਸ ਕਰ ਗਏ ਅਸੀਂ, ਕਿਉਂਕਿ ਜਦੋਂ ਗੱਲ ਚੱਲ ਰਹੀ ਹੁੰਦੀ ਹੈ ਜੀ, ਕੁਝ ਕਾਲ ਵਿੱਚ ਕੰਟੀਨਿਊਸ ਆ ਰਹੀਆਂ ਸੀ, ਉਸ 'ਤੇ ਮਾਫੀ ਵੀ ਚਾਹੁੰਦੇ ਹਾਂ ਕਿਉਂਕਿ ਬਹੁਤ ਸਾਰੀ ਕਾਲਸ ਇਸ ਸਮੇਂ ਇਸ ਟੌਪਿਕ ਦੇ ਉੱਤੇ ਆ ਰਹੀਆਂ ਨੇ। ਤੁਸੀਂ ਦੁਬਾਰਾ ਟਰਾਈ ਕਰ ਸਕਦੇ ਹੋ ਜੀ, ਅਤੇ ਸਾਡਾ ਨੰਬਰ ਹੈ 403 204 0011। ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ, ਮੈਂ ਦਲਜੀਤ ਸਿੰਘ ਬੋਲਦਾ ਐਡਮਿੰਟਨ ਤੋਂ ਭਾਜੀ। ਹਾਂਜੀ ਭਾਜੀ। ਭਾਈ ਟੌਪਿਕ ਤੁਸੀਂ ਬਹੁਤ ਵਧੀਆ ਚੁਣਿਆ ਜੀ ਅੱਜ ਜੀ। ਥੈਂਕ ਯੂ ਭਾਈ ਜੀ ਸਰ। ਤੇ ਹਾਂਜੀ, ਮੈਂ ਭਾਜੀ ਮੈਂ ਵੀ ਟਰੱਕ ਡਰਾਈਵਰ ਹਾਂ ਤੇ ਮੈਂ ਤੁਹਾਡੇ ਕੋਲ ਕਹਿਣਾ ਚਾਹੁੰਦਾ ਜੀ, ਜਿੱਦਾਂ ਭਾਜੀ ਆਪਾਂ ਆਲ ਦਾ ਬੇਸ ਟਰੱਕ ਚਾਹੁੰਦੇ ਆ, ਕਿਤੇ ਮਿਸਟੇਕ ਹੋ ਜਾਂਦੀ ਆ ਨਾ, ਕਿਤੇ ਹੋ ਜਾਂਦੀ ਆ, ਉਸ ਤੋਂ ਮਿਸਟੇਕ ਹੋ ਗਈ ਵੱਡੀ ਜੀ, ਉਹਦੀ ਉਹ ਸਜ਼ਾ ਵੀ ਭੁਗਤ ਚੁੱਕਾ ਨਾ। ਡਰਾਈਵਰ ਆ, ਇਨਸਾਨ ਗਲਤੀਆਂ ਦਾ ਪੁਤਲਾ ਜੀ। ਕਿਸੇ ਕੋਲ ਗਲਤੀ ਹੋ ਜਾਂਦੀ ਜੀ। ਬਿਲਕੁਲ ਠੀਕ ਹੈ ਤੇ ਅਸੀਂ ਇਹ ਚਾਹੁੰਦੇ ਆ ਵੀ ਉਹਨੂੰ ਇੱਕ ਚਾਂਸ ਦਿੱਤਾ ਜਾਵੇ ਜੀ। ਗਵਰਨਮੈਂਟ ਤੋਂ ਇਹ ਅਪੀਲ ਕਰਦੇ ਆ ਵੀ ਇੱਕ ਚਾਂਸ ਦਿੱਤਾ ਜਾਵੇ ਜੀ। ਠੀਕ ਗੱਲ ਹੈ ਜੀ, ਮਿਹਰਬਾਨੀ ਜੀ, ਸ਼ੁਕਰੀਆ ਜੀ ਤੁਹਾਡੀ ਕਾਲ ਦਾ। ਸ਼ੁਕਰੀਆ ਤੁਹਾਡਾ ਕਾਲ ਲਈ, ਮਿਹਰਬਾਨੀ। ਧੰਨਵਾਦ ਜੀ। ਹਾਂਜੀ ਚਲੋ ਸਭ, ਹੁਣ ਤੱਕ ਬਹੁਤੇ ਕਾਲਰਸ ਇਹੀ ਕਹਿ ਰਹੇ ਨੇ ਕਿ ਜਿੰਨੀ ਸਜ਼ਾ ਇਸ ਐਕਸੀਡੈਂਟ ਦੀ ਉਹ ਸੀਗੀ ਉਹਨਾਂ ਨੂੰ ਮਿਲ ਚੁੱਕੀ ਹੈ ਤੇ ਹੁਣ ਰਿਪੋਰਟ ਨਹੀਂ ਕੀਤਾ ਜਾਣਾ ਚਾਹੀਦਾ। ਸੋ ਹਜੇ ਤੱਕ ਜਿੰਨੇ ਸਾਡੇ ਕਾਲਰ ਨੇ ਉਹਨਾਂ ਦੀ ਇਹੀ ਰਾਏ ਹੈ, ਕੋਈ ਹੋ ਸਕਦਾ ਕਿ ਵੱਖਰੀ ਰਾਏ ਵੀ ਇਸ ਵਿਸ਼ੇ ਤੋਂ ਰੱਖਦੇ ਹੋਣ। ਸੋ 403 204 0011 ਅੱਜ ਦਾ ਟੌਪਿਕ ਦੇ ਉੱਤੇ ਗੱਲਬਾਤ ਕਰਨ ਲਈ ਤੁਸੀਂ ਇਸ ਨੰਬਰ ਦੇ ਉੱਤੇ ਕਾਲ ਕਰ ਸਕਦੇ ਹੋ। ਪ੍ਰੋਗਰਾਮ 'ਚ ਅੱਗੇ ਚੱਲ ਕੇ ਅਸੀਂ ਆਪਣੇ ਜਿੰਨੇ ਦਰਸ਼ਕ ਨੇ ਉਹਨਾਂ ਨੂੰ ਇਹ ਵੀ ਦੱਸ ਦਈਏ ਕਿ ਪ੍ਰੋਗਰਾਮ ਦੇ ਵਿੱਚ ਅਸੀਂ ਸਵਾਲ ਵੀ ਕਰਦੇ ਹਾਂ, ਕੁਐਸਚਨ ਵੀ ਕਰਦੇ ਹਾਂ, ਸਹੀ ਜਵਾਬ ਦੇਣ ਵਾਲੇ ਨੂੰ ਇਨਾਮ ਵੀ ਦਿੱਤੇ ਜਾਂਦੇ ਨੇ ਜੀ। ਅਤੇ ਸਾਡਾ ਕਾਲਰ ਨੇ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਮੈਂ ਗੱਲ ਕਰਨੀ ਸੀਗੀ ਰੇਡੀਓ। ਹਾਂਜੀ, ਕੀ ਨਾਂ ਜੀ ਆਪਣਾ? ਮੇਰਾ ਨਾਮ ਸੁਖਵਿੰਦਰ ਹੈ ਜੀ। ਹਾਂਜੀ ਸੁਖਵਿੰਦਰ ਜੀ, ਦੱਸੋ ਜੀ।
ਹਾਂਜੀ ਭਾਜੀ, ਜਸਕੀਰਤ ਆਪਣਾ ਵੱਡਾ ਭਰਾ ਹੀ ਆ ਜੀ। ਅੱਛਾ ਜੀ। ਹਾਂਜੀ। ਤੁਸੀਂ ਰਿਸ਼ਤੇਦਾਰ ਹੋ ਜਸਕੀਰਤ ਉਹਨਾਂ ਦੇ? ਨਹੀਂ ਮੇਰੇ ਨਾਲ ਜੀ ਹੋਸਟਲ 'ਚ ਹੁੰਦੇ ਸੀਗੇ ਆਪਾਂ, ਉਹਨਾਂ ਜੂਨੀਅਰ ਹੁੰਦੇ ਸੀਗੇ, ਮੇਰੇ ਤੋਂ ਵੱਡਾ ਬਾਈ ਹੁੰਦਾ ਸੀਗਾ। ਉਹ ਅੱਛਾ ਜੀ। ਆਪਾਂ ਤੁਸੀਂ ਇੱਥੋਂ ਦੀ ਗੱਲ ਕਰ ਰਹੇ ਹੋ ਜੀ ਕਿ ਬੈਕ ਹੋਮ ਇੰਡੀਆ ਦੀ ਗੱਲ ਕਰ ਰਹੇ ਹੋ? ਬੈਕ ਹੋਮ ਦੀ ਗੱਲ ਕਰਦਾ ਜੀ ਮੈਂ। ਕਿਸੇ ਦੇ ਕਰੈਕਟਰ ਬਾਰੇ ਵੀ ਜਾਂ ਕੁਝ ਵੀ ਕਈ ਵਾਰ ਗੱਲਾਂ ਬਣਾ ਲੈਂਦੇ ਲੋਕ ਵੀ ਕਿੱਦਾਂ ਦਾ ਇਨਸਾਨ ਆ ਬੰਦਾ। ਹਾਂਜੀ ਹਾਂਜੀ। ਮੈਂ ਆਪਾਂ ਉਹਨੂੰ ਬੜੀ ਯੰਗ ਏਜ ਤੋਂ ਜਾਣਦੇ ਆ ਵੀ ਉਹ ਕਿੱਦਾਂ ਦਾ ਇਨਸਾਨ ਆ, ਬੜਾ ਵਧੀਆ ਹਨਾ। ਠੀਕ ਹੈ। ਸੋ ਰੱਬ ਨੂੰ ਮੰਨਣ ਵਾਲਾ। ਸੋ ਮੈਂ ਉਹਨੂੰ ਜੇਲ੍ਹ 'ਚ ਵੀ ਉੱਥੇ ਵੀ ਮਿਲ ਕੇ ਆਇਆ ਸੀਗਾ, ਅਲਬਰਟਾ ਵੀ ਜੀ। ਸੋ ਮੇਰੇ ਹਿਸਾਬ ਨਾਲ ਜੋ ਹੋਣਾ ਸੀ ਉਹ ਚਲੋ ਰੱਬ ਦਾ ਭਾਣਾ ਸੀ, ਜੋ ਵੀ ਵਰਤਣਾ ਸੀ ਨਾ ਜੀ। ਸੋ ਪਰ ਇੱਕ ਚਾਂਸ ਉਹਨਾਂ ਨੂੰ ਜ਼ਰੂਰ ਮਿਲਣਾ ਚਾਹੀਦਾ ਇਸ ਵੇਲੇ। ਸੋ ਸਾਡੀ ਵੀ ਇਹੀ ਅਪੀਲ ਹੈ, ਜੇ ਆਪਾਂ ਕੱਲ ਨੂੰ ਕੋਈ ਪਟੀਸ਼ਨ ਵੀ ਤਿਆਰ ਕਰਦੇ ਆ ਜਾਂ ਉਹਨਾਂ ਦਾ ਲਾਇਰ ਕੋਈ ਵੀ ਪਟੀਸ਼ਨ ਤਿਆਰ ਕਰਦਾ, ਸਾਨੂੰ ਕਮਿਊਨਿਟੀ ਨੂੰ ਸਾਰੀ ਦੀ ਹੈਲਪ ਕਰਨੀ ਚਾਹੀਦੀ ਆ। ਬਿਲਕੁਲ ਜੀ, ਬਿਲਕੁਲ ਜੀ, ਐਪਰੀਸ਼ੀਏਟਡ। ਹਾਂਜੀ ਬਿਲਕੁਲ। ਹਾਂਜੀ। ਸੋ ਇਹ ਚੀਜ਼। ਤੁਸੀਂ ਕਿੱਥੋਂ ਬੋਲ ਰਹੇ ਜੀ ਇਸ ਵੇਲੇ? ਮੈਂ ਮੌਂਟਰੀਅਲ ਤੋਂ ਬੋਲ ਰਿਹਾ। ਮੌਂਟਰੀਅਲ ਤੋਂ ਬੋਲ ਰਹੇ। ਓਕੇ, ਠੀਕ ਹੈ ਜੀ। ਬਹੁਤ ਮਿਹਰਬਾਨੀ ਜੀ, ਸ਼ੁਕਰੀਆ ਜੀ ਤੁਹਾਡੀ ਕਾਲ ਦਾ ਜੀ। ਥੈਂਕ ਯੂ। ਤੁਸੀਂ ਵੀਰ ਜੀ ਉਹਨਾਂ ਨੂੰ ਜਦੋਂ ਹੈਲੋ ਹਾਂਜੀ ਹਾਂਜੀ, ਤੁਸੀਂ ਜਦੋਂ ਉਹਨਾਂ ਨੂੰ ਮਿਲੇ ਹੋ ਜੀ ਤੇ ਕਿਸ ਤਰ੍ਹਾਂ ਦਾ ਮਹਿਸੂਸ ਕਰ ਰਹੇ ਨੇ ਇਸ ਹਾਦਸੇ ਤੋਂ ਬਾਅਦ? ਉਹ ਭਾਜੀ ਉਹ ਇਨਸਾਨ ਇਦਾਂ ਦਾ ਵੀ ਮੈਨੂੰ ਉੱਥੇ ਜਾ ਕੇ ਮਤਲਬ ਕਿ ਥੋੜਾ ਹੋ ਰਿਹਾ ਸੀ, ਬਟ ਉਹ ਮੈਨੂੰ ਹੌਸਲਾ ਦੇ ਰਿਹਾ ਸੀਗਾ। ਤੇ ਮੈਂ ਤੁਹਾਨੂੰ ਇਹ ਗੱਲ ਦੱਸਣਾ ਚਾਹੁੰਦਾ ਵੀ ਉਹਦੇ ਹੌਸਲਾ ਹਲੇ ਵੀ ਬੁਲੰਦ, ਕਿਉਂਕਿ ਉਹਨੇ ਆਪਣੀ ਗਲਤੀ ਨੂੰ ਰੀਅਲਾਈਜ਼ ਕੀਤਾ ਆ। ਇਹਦੇ ਲਈ ਗਟਸ ਚਾਹੀਦੇ ਇੱਕ ਇਨਸਾਨ 'ਚ ਆਪਣੀ ਗਲਤੀ ਨੂੰ ਰੀਅਲਾਈਜ਼ ਕਰਨ ਦੇ, ਬਟ ਉਹ ਗਲਤੀ ਨਹੀਂ ਸੀ। ਐਕਸੀਡੈਂਟ ਕਿਸੇ ਤੋਂ ਵੀ ਹੋ ਸਕਦਾ। ਹੁਣ ਇੱਥੇ ਮੇਰਾ ਫਰੈਂਡ ਪਰਸੋਂ ਜਾ ਰਿਹਾ ਸੀਗਾ, ਉਹਦੀ ਹੁਣ ਗੱਡੀ ਉਹ ਬਲੈਕ ਆਈਸ ਤੇ ਸਲਿੱਪ ਹੋ ਗਈ, ਕਿਸੇ ਦੀ ਗੱਡੀ 'ਚ ਵੱਜੀ, ਉਹ ਉਹਦੀ ਗਲਤੀ ਨਹੀਂ ਹੈਗੀ, ਰਾਈਟ। ਸੋ ਐਕਸੀਡੈਂਟ ਕਿਸੇ ਦਾ ਵੀ ਹੋ ਸਕਦਾ, ਪਤਾ ਨਹੀਂ ਉਸ ਵੇਲੇ ਕੀ ਹੋਇਆ ਜਾਂ ਕੀ ਨਹੀਂ, ਬਟ ਗਵਰਨਮੈਂਟ ਨੇ ਜਿੱਦਾਂ ਵੀ ਪ੍ਰੂਵ ਕਰਨਾ ਜਾਂ ਕੋਰਟ ਨੇ ਜੋ ਵੀ ਜੱਜ ਨੇ ਫੈਸਲਾ ਕੀਤਾ ਉਹਨੇ ਸਿਰ ਮੱਥੇ ਮੰਨਿਆ ਹਨਾ ਜੀ। ਬਟ ਇਹ ਲਾਅ ਦੇ ਹਿਸਾਬ ਨਾਲ ਚਲੋ ਜਿੱਦਾਂ ਵੀ ਉਹਨੂੰ ਸਜ਼ਾ ਹੋ ਗਈ, ਬਟ ਸਾਡੇ ਹਿਸਾਬ ਨਾਲ ਹੁਣ ਉਹਨੂੰ ਜੇ ਉਹ ਇੱਥੇ ਰਹਿੰਦਾ ਹੈ, ਸਾਡੇ ਵਿੱਚ ਰਹਿੰਦਾ ਹੈ, ਤਾਂ ਆਪਣੀ ਲਾਈਫ ਰੀਸਟਾਰਟ ਕਰ ਸਕਦਾ ਹੈ ਹਨਾ। ਸੋ ਤੁਹਾਨੂੰ ਵੀ ਪਤਾ ਵੀ ਜਦੋਂ ਇੱਕ ਵਾਰ ਬੰਦਾ ਇੱਥੇ ਬਾਹਰਲੀ ਕੰਟਰੀਆਂ ਜਾਂ ਯੂਜ਼ ਟੂ ਹੋ ਜਾਂਦਾ, ਸੋ ਇੱਧਰਲੇ ਲਾਈਫ ਸਟਾਈਲ ਨੂੰ ਅਡਾਪਟ ਕਰ ਲੈਂਦਾ, ਉਹਦੇ ਲਈ ਬਹੁਤ ਹਾਰਡ ਆ ਪਿੱਛੇ ਜਾਣਾ। ਸੋ ਸਾਡੀ ਭਾਬੀ ਵੀ ਇੱਥੇ ਆ ਜੀ। ਸੋ ਕੱਲ ਸੋ ਆਪਾਂ ਚਾਹੁੰਦੇ ਵੀ ਇੱਥੇ ਆਪਣਾ ਫਿਊਚਰ ਸਪੈਂਡ ਕਰੇ ਸਾਡੇ ਨਾਲ ਹੀ ਇੱਥੇ। ਠੀਕ ਹੈ ਵੀਰ ਜੀ, ਥੈਂਕ ਯੂ। ਥੈਂਕ ਯੂ ਤੁਹਾਡਾ ਕਾਲ ਕਰਨ ਦੇ ਲਈ, ਅਤੇ ਕਿਉਂਕਿ ਤੁਸੀਂ ਉਹਨਾਂ ਨੂੰ ਪਰਸਨਲੀ ਜਾਣਦੇ ਹੋ ਤੇ ਉਹਨਾਂ ਬਾਰੇ ਦੱਸਿਆ ਸਾਨੂੰ, ਬਹੁਤ ਬਹੁਤ ਸ਼ੁਕਰੀਆ ਵੀਰ ਜੀ। ਥੈਂਕ ਯੂ ਜੀ ਕਾਲ ਕਰਨ ਲਈ, ਮਿਹਰਬਾਨੀ, ਸ਼ੁਕਰੀਆ। ਸੋ ਅੱਜ ਦਾ ਟੌਪਿਕ ਹੈ ਜੀ ਕਿ ਜਸਕੀਰਤ ਸਿੱਧੂ 2018 ਦੇ ਵਿੱਚ ਬੱਸ ਹਾਦਸਾ ਹੋਇਆ ਸੀ, 16 ਦੇ ਕਰੀਬ ਜਾਨਾਂ ਗਈਆਂ, 13 ਦੇ ਕਰੀਬ ਨੌਜਵਾਨ ਜ਼ਖਮੀ ਹੋਏ। ਬਹੁਤ ਵੱਡਾ ਹਾਦਸਾ ਸੀ ਜਿਸ ਨੇ ਕਿ ਸਾਰੀ ਦੁਨੀਆ ਨੂੰ ਮੈਂ ਕਹਿ ਸਕਦਾ ਕਿ ਹਿਲਾ ਕੇ ਰੱਖ ਦਿੱਤਾ, ਖਾਸ ਤੌਰ ਤੇ ਕੈਨੇਡੀਅਨ ਵਾਸੀਆਂ ਨੂੰ। ਪਰ ਉਸ ਤੋਂ ਬਾਅਦ ਜਸਕੀਰਤ ਸਿੱਧੂ ਜੋ ਕਿ ਟਰੱਕ ਚਲਾ ਰਹੇ ਸੀ, ਕਿਉਂਕਿ ਹੋ ਸਕਦਾ ਕਿ ਹਾਈਵੇ ਐਕਟਸ ਕਰਕੇ ਕੁਛ ਨਾ ਕੁਛ ਊਣਤਾਈਆਂ ਉਸ ਸਮੇਂ ਉਹਦੇ ਵਿੱਚ ਪਾਈਆਂ ਗਈਆਂ। ਹੁਣ ਅਦਾਲਤ ਜਿਹੜੀ ਮਾਨਯੋਗ ਅਦਾਲਤ ਸੀ, 8 ਸਾਲ ਦੀ ਸਜ਼ਾ ਦਿੱਤੀ ਗਈ। ਇਸ ਤੋਂ ਜ਼ਿਆਦਾ ਵੀ ਸਜ਼ਾ ਦਿੱਤੀ ਜਾ ਸਕਦੀ ਸੀ, ਘੱਟ ਵੀ ਦਿੱਤੀ ਜਾ ਸਕਦੀ ਸੀ, ਪਰ 8 ਸਾਲ ਦੀ ਸਜ਼ਾ ਚੁਣੀ ਗਈ ਕਿਉਂਕਿ ਉਹ PR ਨੇ। ਇਸ ਕਰਕੇ ਉਹਨਾਂ ਨੂੰ ਡਿਪੋਰਟ ਕਰਨ ਦੀ ਹੁਣ ਗੱਲ ਚੱਲ ਰਹੀ ਹੈ। ਕੁਛ ਲੋਕ ਕਹਿ ਰਹੇ ਨੇ ਕਿ ਸਜ਼ਾ ਤੋਂ ਬਾਅਦ ਡਿਪੋਰਟ ਵੀ ਕੀਤਾ ਜਾਣਾ ਬਹੁਤ ਜ਼ਰੂਰੀ ਹੈ, ਕੁਛ ਕਹਿ ਰਹੇ ਨੇ ਕਿ ਸਜ਼ਾ ਜਿੰਨੀ ਮਿਲਣੀ ਸੀ ਇੱਕ ਐਕਸੀਡੈਂਟ ਦੀ, ਕਿਉਂਕਿ ਐਕਸੀਡੈਂਟ ਅਕਸਰ ਹੋ ਜਾਂਦੇ ਨੇ ਜਾਂ ਸਟਾਪ ਸਾਈਨ ਅਕਸਰ ਮਿਸ ਹੋ ਜਾਂਦੇ ਨੇ, ਪਰ ਉਸ ਲਈ ਕੀ ਐਡੀ ਵੱਡੀ ਸਜ਼ਾ ਹੋਣੀ ਚਾਹੀਦੀ ਹੈ? ਹਾਂ, ਜੇਕਰ ਹਾਦਸੇ ਨੂੰ ਦੇਖੀਏ, ਜੇਕਰ 16 ਜਾਨਾਂ ਨੂੰ ਦੇਖੀਏ, 13 ਵਿਅਕਤੀਆਂ ਦੇ ਜ਼ਖਮੀ ਹੋਣ ਦੀ ਗੱਲ ਕਰੀਏ ਤਾਂ ਹਾਦਸਾ ਬਹੁਤ ਵੱਡਾ ਲੱਗਦਾ ਹੈ। ਪਰ ਜੇਕਰ ਇਹ ਦੇਖਿਆ ਜਾਵੇ ਕਿ ਕੀ ਇਹ ਜਾਣਬੁੱਝ ਕੇ ਕੀਤਾ ਗਿਆ ਤਾਂ ਸ਼ਾਇਦ ਨਹੀਂ। ਤੇ ਉਹਦੇ ਲਈ ਕੀ 8 ਸਾਲ ਦੀ ਜੇਲ੍ਹ ਤੋਂ ਬਾਅਦ ਕੀ ਡਿਪੋਰਟ ਕੀਤਾ ਜਾਣਾ ਵੀ ਚਾਹੀਦਾ ਹੈ? ਇਸ ਬਾਰੇ ਲੋਕ ਜਿਹੜੇ ਨੇ ਵੰਡੇ ਹੋਏ ਨੇ, ਆਪਣੀ ਆਪਣੀ ਰਾਏ ਦੇ ਰਹੇ ਨੇ। ਸਾਡੇ ਨਾਲ ਕਾਲਰ ਨੇ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੈਂ ਡਿਬੇਟ ਚੱਲਦੇ ਸੀ, ਮੈਂ ਵੀ ਕੁਝ ਦੱਸਣਾ ਚਾਹੁੰਦਾ ਸੀ। ਜ਼ਰੂਰ। ਇੱਕ ਰਿਕੁਐਸਟ ਹੈਗੀ ਜੀ, ਤੁਹਾਡੇ ਪਿੱਛੇ ਆਡੀਓ ਦਾ ਸੋਰਸ ਹੈਗਾ ਜੀ, ਉਹਦੀ ਆਵਾਜ਼ ਥੋੜੀ ਵੋਲਿਊਮ ਥੱਲੇ ਕਰੋਗੇ ਜੀ? ਉਹ ਮੈਂ ਕਰ ਦਿੰਦਾ। ਹਾਂਜੀ, ਉਹ ਮੈਂ ਸੁਣੀ ਜਾ ਰਹੀ ਸੀ ਤੁਹਾਡੀ। ਹਾਂਜੀ, ਤੁਹਾਡਾ ਨਾਮ ਕੀ ਵੀਰ ਜੀ? ਮੇਰਾ ਨਾਮ ਬਲਵਿੰਦਰ ਹੈ ਜੀ, ਢਾਲੀਵਾਲ। ਜੀ ਜੀ। ਹਾਂਜੀ ਬਲਵਿੰਦਰ ਜੀ। ਹਾਂ, ਮੈਂ ਉਹੀ ਵੀਰ ਜੀ ਕਹਿਣ ਲੱਗਿਆ ਸੀ ਵੀ ਉਹਨੂੰ ਜਿੱਦਾਂ ਸਜ਼ਾ ਹੀ ਆਲਰੇਡੀ ਬਹੁਤ ਜ਼ਿਆਦਾ ਹੋਈ ਹੈ। ਬਿਲਕੁਲ, ਹਾਂਜੀ, ਰਾਈਟ। ਤੇ ਵੀ ਮੇਰੇ ਹਿਸਾਬ ਦੇ ਨਾਲ ਲਾਈਕ ਮੈਂ ਉਹ ਬੰਦੇ ਨੂੰ ਮਿਲਿਆ ਨਹੀਂ ਇੱਥੇ ਕੈਲਗਰੀ 'ਚ। ਅੱਛਾ ਜੀ। ਐਕਸੀਡੈਂਟ ਹੋਣ ਤੋਂ ਬਾਅਦ ਜੀ। ਤੇ ਉਹਦਾ ਜੋ ਬਿਹੇਵ ਸੀ ਬਹੁਤ ਵਧੀਆ ਸੀ। ਮੇਰਾ ਗੁਰਦੁਆਰੇ ਜਾਣ ਵਾਲਾ ਬੰਦਾ ਸੀ। ਉਹ ਐਕਸੀਡੈਂਟ ਜੋ ਹੋ ਗਿਆ ਉਹਨੇ ਰੀਅਲਾਈਜ਼ ਵੀ ਕੀਤਾ ਉਹ ਚੀਜ਼। ਠੀਕ ਹੈ ਜੀ। ਰਾਈਟ ਜੀ। ਤੇ ਉਹ ਮੇਰੇ ਹਿਸਾਬ ਨਾਲ ਉਹ ਵੀ ਰਿਪੋਰਟ ਕਰਨ ਵਾਲਾ ਉਹ ਗਲਤ ਹੈ। ਠੀਕ ਹੈ। ਰਾਈਟ।
ਸੋ ਤੁਹਾਡੇ ਮੁਤਾਬਕ ਜੋ ਸਜ਼ਾ ਮਿਲ ਚੁੱਕੀ ਹੈ ਉਹ ਇਨਫ ਹੈ, ਠੀਕ ਹੈ, ਹੁਣ ਰਿਪੋਰਟ ਨਹੀਂ ਕੀਤਾ ਜਾਣਾ ਚਾਹੀਦਾ ਸਜ਼ਾ ਤੋਂ ਬਾਅਦ? ਬਲਕਿ ਉਹ ਲਾਈਕ ਇੱਥੋਂ ਦੀ ਜੋ ਹਿਸਟਰੀ 'ਚ ਪਹਿਲਾਂ ਵੀ ਹੋਇਆ ਉਹਦੇ ਮੁਤਾਬਕ ਵੱਧ ਹੀ ਹੋਈ ਹੈ ਜੀ। ਜੋ ਸਜ਼ਾ ਉਹਨੂੰ ਮਿਲ ਗਈ ਆ ਉਹ ਜ਼ਿਆਦਾ ਹੀ ਹੋਈ ਰਾਈਟ। ਤੇ ਉਸ ਦੇ ਨਾਲ ਜਦੋਂ ਬੰਦੇ ਨੇ ਇੰਨੀ ਸਜ਼ਾ ਕੱਟ ਲਈ, ਉਹਦੀ ਫੈਮਿਲੀ ਇੱਥੇ ਆ, ਵਾਈਫ ਵੀ ਇੱਥੇ ਆ, ਰਾਈਟ ਜੀ ਜੀ। ਤੇ ਸਾਰੇ ਬੰਦੇ ਆਪਾਂ ਇੱਥੇ ਕੋਈ ਨਾ ਕੋਈ ਆਪਦਾ ਐਮ ਲੈ ਕੇ ਆਉਣੇ ਆ। ਮੈਂ ਤਾਂ ਉਹ ਬੰਦੇ ਦੀ ਦਾਤ ਦਿਨਾਗਾ ਵੀ ਜਿਹੜੇ ਬੰਦੇ ਨੇ ਆਪਦੇ ਸਿਰ ਤੇ ਸਾਰੀ ਚੀਜ਼ ਲੈ ਲਈ ਹੈ ਜੀ। ਅਦਰਵਾਈਜ਼ ਉਹ ਜੇ ਫਾਈਟ ਕਰਦਾ ਸ਼ਾਇਦ ਕੁਝ ਹੋਰ ਹੁੰਦਾ। ਠੀਕ ਹੈ ਜੀ, ਠੀਕ ਹੈ ਜੀ, ਥੈਂਕ ਯੂ ਜੀ, ਥੈਂਕ ਯੂ ਸਰ ਤੁਹਾਡਾ ਕਾਲ ਕਰਨ ਲਈ, ਮਿਹਰਬਾਨੀ ਜੀ। ਓਕੇ ਜੀ। ਹਾਂਜੀ ਰਣਜੀਤ ਜੀ, ਦੋ ਤਿੰਨ ਗੱਲਾਂ ਖੈਰ ਬਹੁਤ ਇੰਪੋਰਟੈਂਟ ਇਸ ਮਸਲੇ 'ਚ ਨਿਕਲ ਕੇ ਡਿਸਕਸ਼ਨਸ 'ਚੋਂ ਆਈਆਂ ਨੇ ਜੀ। ਜਿਹੜਾ ਇੱਕ ਪੁਆਇੰਟ ਆਪਣੇ ਕਾਲਰ ਨੇ ਦੱਸਿਆ ਕਿ ਉਹ ਵੀ ਇਸ ਐਕਸੀਡੈਂਟ ਦਾ ਇੱਕ ਵਿਕਟਮ ਹੈ, ਬਹੁਤ ਵੱਡਾ ਪੁਆਇੰਟ ਹੈ ਉਹ ਵੀ। ਮਤਲਬ ਉਹ ਵੀ ਜਿੱਥੇ ਜਿਹੜੇ ਸਰਕਮਸਟੈਂਸਸ ਐਸੇ ਬਣੇ ਕਿ ਉਹ ਉੱਥੇ ਸੀ, ਕਹਿ ਲਓ ਵੀ ਜਿਸ ਤਰ੍ਹਾਂ ਆਪਣਾ ਆਪਾਂ ਕਹਿੰਦੇ ਆ ਵੀ ਬਾਈ ਬੈਡ ਲੱਕ ਉਹ ਉੱਥੇ ਮੌਜੂਦ ਸੀਗਾ, ਉਹ ਇਹ ਹਾਦਸਾ ਕਿਸੇ ਹੋਰ ਨਾਲ ਵੀ ਹੋ ਸਕਦਾ ਸੀ। ਔਰ ਜਿਸ ਤਰ੍ਹਾਂ ਸਾਰੇ ਹੀ ਇੱਕ ਥਾਟ ਪ੍ਰੋਸੈਸ 'ਚ ਹੈਗੇ ਨੇ ਕਿ ਕੋਈ ਵੀ ਇਨਸਾਨ ਇਹੋ ਜਿਹਾ ਕਾਰਾ ਜਿਹੜਾ ਆ ਸੋਚ ਕੇ ਨਹੀਂ ਕਰਦਾ ਜੀ। ਸੋ ਇਹ ਅਗਰ ਬਾਈ ਮਿਸਟੇਕ ਹੋਈ ਆ ਤੇ ਸਾਰੇ ਹੀ ਇਹ ਚਾਹੁੰਦੇ ਨੇ ਕਿ ਉਹਨੂੰ ਇੱਕ ਮੌਕਾ ਦਿੱਤਾ ਜਾਵੇ। ਤੇ ਮੇਰਾ ਖਿਆਲ ਹੈ ਕਿ ਆਪਾਂ ਸਾਰੇ ਅਗਰ ਮਿਲ ਕੇ ਅਰਦਾਸ ਕਰੀਏ ਤੇ ਸ਼ਾਇਦ ਬਿਲਕੁਲ ਜੀ, ਰੱਬ ਲਾਗੇ ਹੋ ਕੇ ਸੁਣੇ ਉਹਦੀ ਗੱਲ। ਅਰਦਾਸ ਦੇ ਨਾਲ ਮੈਨੂੰ ਲੱਗਦਾ ਕਿ ਇਹਦੇ ਤੇ ਕੋਈ ਕਾਰਵਾਈ ਵੀ ਹੋਣੀ ਚਾਹੀਦੀ ਹੈ। ਬਿਲਕੁਲ, ਹਾਂ, ਪਟੀਸ਼ਨ ਜਿੱਦਾਂ ਇੱਕ ਕਾਲਰ ਨੇ ਕਿਹਾ ਸੀ ਕਿ ਪਟੀਸ਼ਨ ਵਗੈਰਾ ਸਾਈਨ ਕੀਤੀ ਜਾਣੀ ਚਾਹੀਦੀ ਹੈ। ਉਹ ਵੀ ਅੱਛਾ ਪੁਆਇੰਟ ਸੀਗਾ। ਦੂਸਰੀ ਗੱਲ ਹੈ ਢਿੱਲੋਂ ਸਾਹਿਬ ਕਿ ਜਿਹੜਾ ਇੱਕ ਪਰਿਵਾਰ ਦਾ ਮੈਂ ਵਿਚਾਰ ਪੜ੍ਹ ਰਿਹਾ ਸੀ ਜਿਨ੍ਹਾਂ ਨੇ ਕਿ ਆਪਣਾ ਬੱਚਾ ਖੋਇਆ ਹੈ ਇਸ ਹਾਦਸੇ ਦੇ ਵਿੱਚ, ਉਹ ਵੀ ਚਾਹੁੰਦੇ ਨੇ ਕਿ ਹੁਣ ਸਜ਼ਾ ਜਿਹੜੀ ਹੈ ਇਸ ਵਿਅਕਤੀ ਨੂੰ ਕਾਫੀ ਮਿਲ ਗਈ ਹੈ। ਹੁਣ ਇਹ ਆਪਣੇ ਪਰਿਵਾਰ ਦੇ ਨਾਲ, ਜੇ ਕਿਉਂਕਿ ਇਕੱਲੀ ਉਸ ਦੀ ਜ਼ਿੰਦਗੀ ਨਹੀਂ ਹੈ ਜਸਕੀਰਤ ਦੀ, ਉਸ ਦੀ ਵਾਈਫ ਦੀ ਜ਼ਿੰਦਗੀ ਬਿਲਕੁਲ ਹੈਗੀ ਨਾਲ ਰਿਲੇਟਡ ਹੈ, ਜਿਸ ਦਾ ਸ਼ਾਇਦ ਜੇਕਰ ਜਸਕੀਰਤ ਨੂੰ ਕੋਈ ਕਹਿ ਵੀ ਦੇਵੇ ਕਿ ਉਸ ਦਾ ਕਸੂਰ ਹੈ ਪਰ ਉਸ ਦੀ ਵਾਈਫ ਦਾ ਕੋਈ ਕਸੂਰ ਨਹੀਂ ਹੈ ਜੀ। ਬਿਲਕੁਲ ਜੀ। ਉਹ ਸਕਾਟ ਥਾਮਸ ਨੇ ਜਿਨ੍ਹਾਂ ਦੀ ਤੁਸੀਂ ਗੱਲ ਕਰ ਰਹੇ ਹੋ, ਉਹਨਾਂ ਨੇ ਆਪਣਾ ਬੇਟਾ ਖੋਇਆ ਔਰ ਉਹਨਾਂ ਨੇ ਉਹਦੀ ਸਪੋਰਟ ਦੇ ਵਿੱਚ ਲੈਟਰ ਦਿੱਤੀ ਹੈ ਕਿ ਮੈਂ ਠੀਕ ਹੈ, ਮੈਂ ਰੋਜ਼ ਆਪਣੇ ਪੁੱਤ ਨੂੰ ਮਿਸ ਕਰਦਾ ਹਾਂ ਔਰ ਮੈਨੂੰ ਬਹੁਤ ਵੱਡਾ ਹੈ ਜੀ, ਮੇਰਾ ਅੰਦਰੋਂ ਮੈਨੂੰ ਮੇਰੀ ਆਤਮਾ ਬੜੀ ਮੈਨੂੰ ਝੰਜੋੜਦੀ ਹੈ, ਪਰ ਮੈਂ ਫਿਰ ਵੀ ਇਹ ਸਮਝਦਾ ਹਾਂ ਕਿ ਉਹ ਇੱਕ ਖੁਆਬ ਲੈ ਕੇ, ਇੱਕ ਸੁਪਨਾ ਲੈ ਕੇ ਆਇਆ ਸੀ ਤੇ ਉਹਨੂੰ ਹੁਣ ਡਿਪੋਰਟ ਨਾ ਕੀਤਾ ਜਾਏ। ਸਾਡੇ ਨਾਲ ਕਾਲਰ ਨੇ ਜੀ। ਹੈਲੋ ਹਾਂਜੀ। Hi, my name is Manpreet. ਜੀ ਮਨਪ੍ਰੀਤ। ਹਾਂਜੀ ਮਨਪ੍ਰੀਤ। I'm calling in regards to the deportation, Jaskir's deportation. जी. I think that जो Jaskir ਨੂੰ ਸਜ਼ਾ ਹੋਈ ਹੈ, it's already beyond what he should have deserved. And even as seen in, like, you know, according to precedents, like, it's not something that he was deserved, but he was the only one that was left there, right? And I strongly believe that he was used as a scapegoat by the government because they didn't have any other option. Even last year there was an article that came out by one of the hockey players, and he said that that their bus driver was very tired and that he was going over speed, right? But unfortunately ਉਹ ਐਕਸੀਡੈਂਟ ਤੋਂ ਬਾਅਦ ਉਹਨਾਂ ਕੋਲੇ ਕੋਈ ਹੋਰ ਬਚਿਆ ਹੀ ਨਹੀਂ ਬਲੇਮ ਕਰਨ ਲਈ, ਰਾਈਟ? only Jaskir ਹੀ ਸੀਗਾ, and they had to take a decision, you know, where like they had no other option, and he was already sentenced way beyond what he deserved. And by being deported, ਉਹ ਕੱਲਾ ਉਹਨੂੰ affect ਨਹੀਂ ਕਰੂਗਾ, it will also affect his wife. In fact, ਉਹਦੀ wife ਨੂੰ ਉਹਦੇ ਤੋਂ ਜ਼ਿਆਦਾ affect ਕਰੂਗਾ। ਬਿਲਕੁਲ। because she came here, है ना, ਉਹਨੇ ਆਪਦੀ ਜ਼ਿੰਦਗੀ start ਕੀਤੀ, she had a plan, they both had a plan, right? Yeah. And now that plan's gone down the drain, because especially if he's going to be deported along with his, ਚਲੋ ਆਪਾਂ ਇਦਾਂ ਕਰਾਂਗੇ ਕਿ okay, Jaskir ਨੂੰ deport ਕੀਤਾ because of an accident, right? ਪਰ ਉਸ ਦੀ ਵਾਈਫ ਦੀ ਜ਼ਿੰਦਗੀ ਵੀ ਖਰਾਬ ਹੋ ਜਾਏਗੀ ਜੀ। His wife is going to have to leave, and what's going to be the reason for her deportation? Because practically she's not going to, like, you know, she's not going to leave her husband behind. Yeah. She's going to go along with him, and she's going to pay for the consequences that, you know. And honestly, I don't even think that Jaskir has been remorseful throughout this whole situation. He's such a strong man, and I don't think that jo ne kita ki koi bhi kar paunda, like, he stood there pleading guilty, going against his, you know, yeah.
anyone, like if that was someone close to me, I would have been like, no, don't plead guilty, right? But Yes. and I'm sure his family did too, but he took that stance. And Yeah, he decided was magnanimous enough to admit that there was a role in that whole incident, a mistake done by him, and he stood by that. And yes, I appreciate your valued judgment on this. I would say your views on this, because the bus driver is no more, so he was the second driver, so everything came on his shoulders, and he was made responsible for the whole thing. Yeah, so like he was used as a scapegoat because they didn't have anyone else to, investigate against. Oh, ek banda si, but he doesn't deserve deportation, and it's, along with him, I don't think his wife deserves to, pay. I feel like he's already paying for the consequences, and he will for the rest of his life. And along with those 29 families. ਇਹ ਵੀ ਇੱਕ ਵਿਕਟਮ ਹੈ ਜੀ ਨਾਲ ਬਿਲਕੁਲ ਸਹੀ ਗੱਲ ਹੈ Yeah, his family is also a victim. Yeah, thank you ji. Understandable. Thanks for your call. ਹੈਲੋ ਹਾਂਜੀ ਸਾਡੇ ਕੁਝ ਕਾਲਰ ਮਿਸ ਕਰ ਗਏ ਨੇ ਜੀ ਕਾਲ, ਕਿਉਂਕਿ ਗੱਲਬਾਤ ਅਸੀਂ ਕਰ ਰਹੇ ਸੀ, ਉਹ ਦੁਬਾਰਾ ਕਾਲ ਕਰ ਸਕਦੇ ਨੇ, ਸਾਡੇ ਪਾਸ ਸਮਾਂ ਵੀ ਥੋੜੇ ਮਿੰਟ ਹੀ ਰਹਿ ਗਿਆ। ਜੇਕਰ ਤੁਸੀਂ ਇਸ ਟੌਪਿਕ ਦੇ ਉੱਤੇ ਗੱਲ ਕਰਨਾ ਚਾਹੁੰਦੇ ਹੋ ਤੁਸੀਂ ਕਾਲ ਕਰ ਸਕਦੇ ਹੋ 403 204 0011 403 204 0011 ਦੇ ਉੱਤੇ ਕਾਲ ਜਿਹੜੀ ਹੈ ਜੀ ਕੀਤੀ ਜਾ ਸਕਦੀ ਹੈ। 403 204 0011 ਦੇ ਉੱਤੇ ਜਿਹੜੀ ਹੈ ਜੀ ਕਾਲ ਕੀਤੀ ਜਾ ਸਕਦੀ ਹੈ ਜੇਕਰ ਤੁਸੀਂ ਅੱਜ ਦੇ ਟੌਪਿਕ ਦੇ ਉੱਤੇ ਗੱਲ ਕਰਨਾ ਚਾਹੁੰਦੇ ਹੋ। ਹੈਲੋ ਸਤਿ ਸ਼੍ਰੀ ਅਕਾਲ ਜੀ। ਹੈਲੋ ਹਾਂਜੀ। Hi, my name's Harpreet Dolua from Calgary. Okay. I'm calling in regards of Jaskier Sidhu. I personally knew him for a couple of years now. Okay. For the past 4 or 5 years, and after the incident took place, I was with him almost every single day until he was arrested. Yep. And I have not seen a man whose personality had took a complete 360. He was devastated by what happened, and he was very emotionally hurt. He was very depressed. He wasn't the same. He was a very caring and smiling individual before the incident happened, and after it took place, he was affected by it a lot. Yeah. So even though he pleaded guilty for what happened, and he took all the blame of the accident. Yeah. I still, as a Canadian citizen, I still believe he should be given a second chance in a country like Canada, because any international student that comes here, they come here to make a new life for themselves. No one leaves their house thinking that they're going to go out and harm anyone. Anyone could have been in that accident. I could have been driving. You could have been driving. Correct. So at the end of the day, an accident is an accident. He didn't do it on purpose or anything. So no, I appreciate it. Your point of view is certainly appreciated, and yes, anybody as a normal human being will have tremendous pressure on the mind when he knows that all this has happened, and the pain that he has been through, only he can imagine and explain. For sure. For any other second person, I mean, it's difficult to even feel iota of the pain he is feeling. Yeah, of course, and also because he was newlywed, so obviously even after his arrest, we were still spending time with his wife, and it was obviously hard on her. They were married for 2, maybe 3 months before the accident took place, so her being split up from her husband after their wedding, it's not easy for anyone. So taking his family into consideration and everyone into consideration, it should be. It's very tough on him and his family. I visit him, and you can tell he's still very hurt with it, because he has to live with the fact he was a part of such a huge tragedy for the rest of his life. Yeah. It's not easy for anyone to live with that, and obviously you have to be very mentally strong to handle that sort of stress in your life, because I don't think everyone is capable of handling that. Exactly. So the fact that he's able to do that, it's very you can tell he's a very strong individual. Strong personality. Yeah. Thanks for your call, buddy. Thank you ji.
ਥੈਂਕ ਯੂ। Yeah, bye. ਬਹੁਤ ਸਾਰੇ ਕਾਲ ਢਿੱਲੋਂ ਸਾਹਿਬ ਇਸ ਸਮੇਂ ਆ ਰਹੇ ਨੇ। ਮਾਫੀ ਚਾਹੁੰਦੇ ਹਾਂ ਕਿ ਸਾਰੀਆਂ ਕਾਲਸ ਅਸੀਂ 에ਅਰ ਤੇ ਨਹੀਂ ਲੈ ਪਾ ਰਹੇ। ਸਿਰਫ 1-2 ਮਿੰਟ ਕੋਈ ਹੋਰ ਕਾਲ ਅਸੀਂ ਲੈ ਸਕਾਂਗੇ ਅਤੇ ਉਸ ਤੋਂ ਬਾਅਦ ਪ੍ਰੋਗਰਾਮ ਦਾ ਸਮਾਂ ਜਿਹੜਾ ਹੈ ਸਮਾਪਤੀ ਵੱਲ ਜਾਵੇਗਾ। 403-204-0011। ਹੈਲੋ ਹੈਲੋ ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਮੇਰਾ ਨਾਮ ਗੁਰਵਿੰਦਰ ਸਿੰਘ ਹੈ। ਹਾਂਜੀ ਗੁਰਵਿੰਦਰ ਜੀ। ਹਾਂਜੀ, ਮੈਂ ਜਸਕੀਰਤ ਬਾਰੇ ਬੋਲਣਾ ਚਾਹੁੰਦਾ ਸੀਗਾ। ਮੈਂ ਜਸਕੀਰਤ ਦਾ ਵਧੀਆ ਫਰੈਂਡ ਹਾਂ ਤੇ ਅਸੀਂ ਇਕੱਠੇ ਬੋਵੈਲੀ ਕਾਲਜ ਵਿੱਚ ਪੜ੍ਹੇ ਹਾਂ। ਓਕੇ, ਅਗਰੀ 'ਚ। ਠੀਕ ਹੈ ਜੀ। ਤੇ ਜੋ ਕੁਝ ਵੀ ਹੁਣ ਤੱਕ ਹੋਇਆ, ਮੈਨੂੰ ਲੱਗਦਾ ਕਿ ਮੈਂ ਸਾਰਾ ਕੁਝ ਉਹਦੇ ਨਾਲ ਹੀ ਸੀ। ਤੇ ਐਕਸੀਡੈਂਟ ਹੋਣ ਤੋਂ ਬਾਅਦ ਤੋਂ ਲੈ ਕੇ ਹੁਣ ਤੱਕ ਜੋ ਵੀ ਉਸ ਬੰਦੇ ਵਿੱਚ ਚੇਂਜ ਆਇਆ, ਜਿੰਨਾ ਉਹਨੇ ਪੇਨ ਸਫਰ ਕੀਤਾ, ਮੈਨੂੰ ਲੱਗਦਾ। ਤੇ ਦੂਜੀ ਗੱਲ, ਆਪਣੀ ਗਿਲਟੀ ਪਲੀ ਕਰਨਾ। ਕੋਈ ਜਿੰਨੀਆਂ ਵੀ, ਸਭ ਤੋਂ ਪਹਿਲਾਂ ਤਾਂ ਜਿੰਨੀਆਂ ਵੀ ਫੈਮਲੀਜ਼ ਇਹਦੇ ਵਿੱਚ ਇਨਵੋਲਵ ਹੋਈਆਂ, ਉਹਨਾਂ ਨੂੰ ਮੇਰੇ ਵੱਲੋਂ ਬਹੁਤ ਦੁਖੀ ਹਿਰਦੇ ਨਾਲ ਮੈਂ ਕਹਿਣਾ ਕਿ ਬਿਲਕੁਲ ਜੀ, ਜਿੰਨਾ ਮਾਵਾਂ ਦੇ ਪੁੱਤ ਬਹੁਤ ਵੱਡਾ ਨੁਕਸਾਨ ਹੈ ਜੀ, ਬਹੁਤ ਵੱਡਾ ਨੁਕਸਾਨ ਹੈ। ਬਿਲਕੁਲ, ਹਾਂਜੀ। ਪਰ ਇੱਕ ਅੱਜ ਆਪਾਂ ਜਿੱਥੋਂ ਆਪਾਂ ਦੇਖ ਰਹੇ ਹਾਂ ਕਿ ਉਹ ਵੀ ਕਿਸੇ ਮਾਂ ਦਾ ਪੁੱਤ ਹੈ। ਜਿਹੜੀ ਮਾਂ 7 ਸਮੁੰਦਰ ਪਾਰ ਕਿਤੇ ਬੈਠੀ ਹੋਈ ਆ, ਅੱਜ ਉਹਦੀ ਚਿੰਤਾ ਕਰ ਰਹੀ। ਤੇ ਮੈਨੂੰ ਲੱਗਦਾ ਕਿ ਜੇ ਉਸ ਟਾਈਮ ਉਸਨੇ ਸੋਚਿਆ ਕਿ ਮੈਂ ਫਾਈਟ ਨਹੀਂ ਕਰਨਾ, ਮੈਂ ਗਿਲਟੀ ਪਲੀ ਕਰਕੇ ਕਿਸੇ ਵੀ ਫੈਮਲੀਜ਼ ਨੂੰ ਕੋਈ ਹੋਰ ਹਰਟ ਨਹੀਂ ਕਰਨਾ ਚਾਹੁੰਦਾ, ਤਾਂ ਮੈਨੂੰ ਲੱਗਦਾ ਕਿ ਜੇ ਅੱਜ ਉਸਨੇ ਆਪਣਾ ਵਧੀਆ ਤਰੀਕੇ ਨਾਲ ਸਾਰਾ ਕੁਝ ਆਪਣੀ ਗਿਲਟੀ ਪਲੀ ਕੀਤੀ ਹੈ, ਉਸ ਤੋਂ ਬਾਅਦ ਚ ਜੇਲ੍ਹ ਵੀ ਗਿਆ। ਮੈਂ ਉਸ ਤੋਂ ਬਾਅਦ ਉਹਨੂੰ 2-3 ਵਾਰ ਜੇਲ੍ਹ ਦੇ ਵਿੱਚ ਮਿਲਣ ਵੀ ਗਿਆ। ਉਸਦਾ ਜੋ ਜੋ ਉਸਨੇ ਜਿਸ ਤਰ੍ਹਾਂ ਉਸਨੇ ਆਪਣੀ ਸਜ਼ਾ ਸਾਰੀ ਕੱਟੀ ਆ ਤੇ ਆਪਣਾ ਸਾਰੇ ਇਸ ਦੇ ਵਿੱਚ ਦੀ ਗਿਆ, ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਏਦਾਂ ਦਾ ਕੋਈ ਰੀਜ਼ਨ ਹੈਗਾ ਕਿ ਅੱਜ ਆਪਾਂ ਉਸ ਨੂੰ ਕਹੀਏ ਕਿ ਤੂੰ ਯੂ ਆਰ ਡਿਪੋਰਟਡ ਫਰਮ ਦਿਸ ਕੰਟਰੀ। ਮੈਨੂੰ ਲੱਗਦਾ ਹਾਂਜੀ ਉਹ ਬਹੁਤ ਇਹ ਡਿਜ਼ਰਵ ਕਰਦਾ। ਮੈਨੂੰ ਲੱਗਦਾ ਕਿ ਇਦਾਂ ਦੇ ਕਾਈਂਡ ਬੰਦਿਆਂ ਦੀ ਕੈਨੇਡਾ ਨੂੰ ਜ਼ਰੂਰਤ ਹੈ। ਥੈਂਕ ਯੂ ਫॉर द ਕਾਲ ਬੜੀ। ਥੈਂਕ ਯੂ ਜੀ। ਅਸੀਂ ਸ਼ਾਇਦ ਕੋਈ ਹੋਰ ਜ਼ਿਆਦਾ ਕਾਲਸ ਹੁਣ ਨਾ ਲੈ ਸਕੀਏ ਅਤੇ ਇੱਥੇ ਮੈਂ ਇਹੀ ਕਹਿਣਾ ਚਾਹਾਂਗਾ ਢਿੱਲੋਂ ਸਾਹਿਬ ਕਿ ਦੇਖੋ, ਹਾਦਸਾ ਬਹੁਤ ਵੱਡਾ ਸੀ। ਜਿੰਨਾ 16 ਬੱਚਿਆਂ ਦੀਆਂ ਜਾਨਾਂ ਗਈਆਂ, ਉਹਨਾਂ ਦੇ ਪਰਿਵਾਰ ਦਾ ਦੁੱਖ ਬਹੁਤ ਵੱਡਾ ਹੈ। ਅਖੀਰਲੇ ਕਾਲਰ ਹੋਣਗੇ ਜੀ। ਹੈਲੋ 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 ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਮੇਰਾ ਕਮਲਜੀਤ ਹੈ ਜੀ। ਕਮਲਜੀਤ ਜੀ। ਹਾਂਜੀ, ਮੈਂ ਸਿਰਫ ਇਹ ਕਹਿਣਾ ਚਾਹੁੰਦੀ ਹਾਂ ਕਿ ਬਹੁਤ ਵੱਡਾ ਹਾਦਸਾ ਸੀਗਾ ਜੀ। ਇਹਦੇ 'ਚ ਕੋਈ ਡਾਊਟ ਨਹੀਂ ਹੈਗਾ, ਔਰ ਇਹਦੇ ਵਾਸਤੇ ਜਸਕੀਰਤ ਬਹੁਤ ਵੱਡੀ ਸਜ਼ਾ ਭੁਗਤ ਵੀ ਰਿਹਾ ਹੈ। ਲੇਕਿਨ ਉਹਨੂੰ ਡਿਪੋਰਟ ਕਰਕੇ ਉਹ ਜਿਹੜੀ ਵਿਕਟਮਸ ਦੀ ਲਿਸਟ ਹੈਗੀ ਆ, ਉਹਦੇ 'ਚ ਇੱਕ ਹੋਰ ਬੰਦਾ ਐਡ ਹੋਣਾ ਰਾਈਟ। ਇਸ ਵਾਸਤੇ ਕਿ ਉਹਨੂੰ ਨਾ ਡਿਪੋਰਟ ਕਰਕੇ ਐਟਲੀਸਟ ਉਹਨੂੰ ਇੱਕ ਚਾਂਸ ਦੇਣਾ ਚਾਹੀਦਾ ਹੈ। Right? And he was like just as he was at wrong place at wrong time. Right? ਉਹ ਕਿਸੇ ਨਾਲ ਵੀ ਹੋ ਸਕਦਾ ਹੈ, ਰਾਈਟ। ਕਿਸੇ ਕੋਲ ਵੱਡੀ ਗਲਤੀ ਹੁੰਦੀ ਹੈ, ਕਿਸੇ ਕੋਲ ਛੋਟੀ ਗਲਤੀ ਹੁੰਦੀ ਹੈ, ਗਲਤੀ ਤਾਂ ਹੈ, ਰਾਈਟ, ਨੋਟ ਅਬਾਊਟ ਰਾਈਟ। ਲੇਕਿਨ ਡਿਪੋਰਟ ਕਰਕੇ ਇੱਕ ਸਿਸਟਮ ਹੋਰ ਗਲਤੀ ਕਰੂਗਾ, ਰਾਈਟ। ਇਸ ਵਾਸਤੇ ਇਟਸ ਬੈਟਰ ਕਿ ਉਹਨੂੰ ਉਹਦੇ ਚਾਂਸ ਦਿੱਤਾ ਜਾਵੇ। Thanks for your call. Appreciate it. Thank you. ਹੋਰ ਕਾਲਰ ਨੇ ਢਿੱਲੋਂ ਸਾਹਿਬ। ਹੈਲੋ ਹੈਲੋ ਹਾਂਜੀ, ਕਾਲ ਕੱਟੀ ਗਈ ਹੈ ਜੀ। ਬਹੁਤ ਸਾਰੇ ਕਾਲਸ ਆ ਰਹੇ ਨੇ, ਕੁਛ ਜਸਕੀਰਤ ਦੇ ਜਾਣ ਪਛਾਣ ਵਾਲੇ ਨੇ, ਕੁਛ ਵੈਸੇ ਕਾਲਰ ਕਾਲ ਕਰ ਰਹੇ ਨੇ ਸ਼ੋਅ ਦੇਖ ਕੇ। ਬਿਲਕੁਲ ਜੀ, ਇਹ ਟੌਪਿਕ ਹੀ ਬੜਾ ਇਮੋਸ਼ਨਲ ਔਰ ਬੜਾ ਟ੍ਰਿਕੀ ਸਿਚੁਏਸ਼ਨ ਹੈਗੀ ਹੈ ਕਿ ਹਰ ਇੰਡੀਵਿਜੂਅਲ ਚਾਹੁੰਦਾ ਆ ਕਿ ਜਸਕੀਰਤ ਜਿਹੜਾ ਆ ਉਹ ਆਪਣੀ ਨਵੀਂ ਜ਼ਿੰਦਗੀ ਸ਼ੁਰੂ ਕਰੇ ਔਰ ਉਹ ਸੁਪਨੇ ਲੈ ਕੇ, ਬਿਲਕੁਲ ਸਹੀ ਕਿਹਾ ਆਪਣੇ ਕਾਲਰ ਨੇ, ਹਰ ਇਨਸਾਨ ਸੁਪਨੇ ਲੈ ਕੇ ਆਉਂਦਾ ਆ ਤੇ ਉੱਥੇ ਉਹਨਾਂ ਦੀ ਮਦਰ ਬੈਠੀ ਵੀ ਉਹ ਸੁਪਨੇ ਦੇਖ ਰਹੀ ਹੋਏਗੀ, ਬਿਲਕੁਲ ਆਪਣੇ ਪੁੱਤ ਨੂੰ ਦੇਖ ਰਹੀ ਹੋਏਗੀ ਵੀ ਉਹ ਆਪਣੀ ਲਾਈਫ ਸੈੱਟ ਕਰੇ ਔਰ ਸ਼ਾਇਦ ਸਾਨੂੰ ਵੀ ਮੌਕਾ ਮਿਲੇ, ਅਸੀਂ ਵੀ ਉਹਨੂੰ ਵਿਜ਼ਿਟ ਕਰੀਏ। ਹਰ ਇੱਕ ਦੇ ਆਪਣੇ ਡਿਫਰੈਂਟ ਮਤਲਬ ਇੱਕ ख्वाब ਹੁੰਦੇ ਨੇ ਔਰ ਚਾਹਤ ਹੁੰਦੀ ਹੈ। ਤੇ ਯੈਸ, ਅਸੀਂ ਸਾਰੇ ਹੀ ਜਿਹੜੀ ਮਜ਼ੇਦਾਰ ਗੱਲ ਹੈ ਹੁਣ ਤੱਕ ਰਣਜੀਤ ਜੀ, ਸਾਰਿਆਂ ਨੇ ਇੱਕੋ ਹੀ ਗੱਲ ਕੀਤੀ ਹੈ ਕਿ ਉਹਨੂੰ ਸੈਕੰਡ ਚਾਂਸ ਜਿਹੜਾ ਆ ਉਹ ਦਿੱਤਾ ਜਾਣਾ ਚਾਹੀਦਾ। ਬਿਲਕੁਲ। ਸੋ ਅਸੀਂ ਅਖੀਰ ਦੇ ਵਿੱਚ ਇਹੀ ਕਹਿਣਾ ਚਾਹਾਂਗੇ ਕਿ ਜੋ ਇਹ ਹਾਦਸਾ ਸੀ, 16 ਦੇ ਕਰੀਬ ਜਾਨਾਂ ਗਈਆਂ, ਜਵਾਨ ਬੱਚੇ, ਹਾਕੀ ਦੇ ਖਿਡਾਰੀ,
ਸ਼ਾਇਦ ਕਿਸੇ ਦਾ ਇੱਕ ਬੱਚਾ ਵੀ ਹੋਵੇ, ਕਿਸੇ ਦੇ ਜ਼ਿਆਦਾ ਵੀ ਹੋਣ, ਪਰ ਹਰ ਇੱਕ ਦਾ ਬੱਚਾ ਜਿਹੜਾ ਉਨਾ ਹੀ ਕੀਮਤੀ ਹੈ। ਉਹ ਬਹੁਤ ਵੱਡਾ ਨੁਕਸਾਨ ਸੀ। ਜਿੰਨਾ ਨੁਕਸਾਨ ਉਹਨਾਂ 16 ਪਰਿਵਾਰਾਂ ਦਾ ਹੋਇਆ ਉਸ ਨੂੰ ਕਦੇ ਵੀ ਨਹੀਂ ਪੂਰਾ ਕੀਤਾ ਜਾ ਸਕਦਾ। ਉਹਨਾਂ ਪਰਿਵਾਰਾਂ ਦਾ ਦੁੱਖ ਜਿਹੜਾ ਉਸ ਨੂੰ ਸ਼ਾਇਦ ਕਦੇ ਵੀ ਘੱਟ ਨਹੀਂ ਕੀਤਾ ਜਾ ਸਕਦਾ। ਬਹੁਤ ਵੱਡਾ ਦੁੱਖ। ਜਿਹੜੇ ਬੱਚੇ ਬਹੁਤ ਜ਼ਿਆਦਾ ਇੰਜਰਡ ਹੋ ਗਏ, ਸ਼ਾਇਦ ਕਈ ਸਾਰੀ ਲਾਈਫ ਲਈ ਬੈੱਡ 'ਤੇ ਚਲੇ ਗਏ, ਉਹ ਵੀ ਬਹੁਤ ਵੱਡਾ ਨੁਕਸਾਨ ਹੈ ਜੀ। ਉਹਨਾਂ ਪਰਿਵਾਰਾਂ ਨਾਲ ਵੀ ਦੁੱਖ ਸ਼ਾਇਦ ਨਹੀਂ ਘਟਾਇਆ ਜਾ ਸਕਦਾ। ਪਰ ਜਿਵੇਂ ਕਿ ਬਹੁਤ ਸਾਰੇ ਕਾਲਰਸ ਨੇ ਕਿਹਾ ਕਿ ਜਸਕੀਰਤ ਨੇ ਜਾਣੇ ਅਣਜਾਣੇ ਜੇਕਰ ਕੋਈ ਟ੍ਰੈਫਿਕ ਰੂਲ ਮਿਸ ਕੀਤੇ ਤਾਂ 8 ਸਾਲ ਦੀ ਸਜ਼ਾ ਉਸ ਨੂੰ ਹੋਈ ਹੈ। ਦੇਖੋ ਉਸ 'ਚੋਂ ਕਿੰਨੀ ਸਜ਼ਾ ਉਸ ਨੂੰ ਭੁਗਤਣੀ ਪੈਂਦੀ ਹੈ, ਬਹੁਤ ਵੱਡੀ ਸਜ਼ਾ ਉਹ ਵੀ ਭੁਗਤ ਰਿਹਾ ਹੈ। ਪਰ ਮੈਨੂੰ ਲੱਗਦਾ ਕਿ ਹੁਣ ਕਿਉਂਕਿ ਹੈ ਤਾਂ ਇੱਕ ਐਕਸੀਡੈਂਟ ਹੀ, ਉਸ ਦੇ ਉੱਤੇ ਜ਼ਰੂਰ ਜਿਹੜੀ ਹੈ ਸੋਚਣਾ ਚਾਹੀਦਾ ਕਿ ਕੀ ਉਸ ਨੂੰ ਡਿਪੋਰਟ ਕੀਤਾ ਜਾਣਾ ਚਾਹੀਦਾ। ਅਤੇ ਦੂਸਰੀ ਵੱਡੀ ਗੱਲ ਜਿਹੜੀ ਹੈ ਜੀ, ਇਹ ਜੇਕਰ ਸਜ਼ਾ ਤੋਂ ਬਾਅਦ ਡਿਪੋਰਟ ਕਰਤਾ ਜਾਂਦਾ, ਹੁਣ ਜੇਲ੍ਹ 'ਚ ਵੀ ਹੈ ਤਾਂ ਉਸਦੀ ਵਾਈਫ ਵੀ ਨਾਲ ਸਫਰ ਕਰ ਰਹੀ ਹੈ। ਬਿਲਕੁਲ ਜੀ, ਨਾਲ ਸਫਰ ਕਰ ਰਹੀ ਹੈ ਜੀ 100%। ਜੇਕਰ ਉਸ ਨੂੰ ਡਿਪੋਰਟ ਕਰਤਾ ਜਾਂਦਾ ਤਾਂ ਉਸਦੀ ਵਾਈਫ ਨੂੰ ਵੀ ਮੂਵ ਹੋਣਾ ਪਏਗਾ ਜੀ। ਉਸ ਨੂੰ ਬਿਲਕੁਲ ਬਿਨਾਂ ਕਿਸੇ ਗਲਤੀ ਕੀਤੇ ਸਜ਼ਾ ਦਿੱਤੀ ਜਾ ਰਹੀ ਹੈ ਜੀ। ਅਤੇ ਮੈਨੂੰ ਲੱਗਦਾ ਕਿ ਜਿਹੜੀ ਨਹੀਂ ਚਾਹੀਦੀ, ਉਸ ਦੇ ਉੱਤੇ ਜ਼ਰੂਰ ਸੋਚਿਆ ਜਾਣਾ ਚਾਹੀਦਾ ਹੈ। ਪਰ ਉਸ ਤੋਂ ਬਾਅਦ ਇਸ ਹਾਦਸੇ ਨੇ ਬਹੁਤ ਸਾਰੀਆਂ ਦੁਨੀਆ ਦੀਆਂ ਜਿਹੜੀਆਂ ਨੇ, ਖਾਸ ਤੌਰ 'ਤੇ ਕੈਨੇਡਾ ਦੇ ਚੀਜ਼ਾਂ ਜਿਹੜੀਆਂ ਨੇ ਤਬਦੀਲ ਕਰ ਦਿੱਤੀਆਂ, ਜਿਹੜੀਆਂ ਕੀਤੀਆਂ ਜਾਣੀਆਂ ਚਾਹੀਦੀਆਂ ਵੀ ਸੀ। ਬਹੁਤ ਕਮੀਆਂ ਸੀਗੀਆਂ ਜੀ ਸਿਸਟਮ ਦੇ ਵਿੱਚ, ਜਿਹੜੀ ਕਿ ਉਸ ਤੋਂ ਬਾਅਦ ਹਾਦਸੇ ਤੋਂ ਬਾਅਦ ਉਹ ਠੀਕ ਵੀ ਕੀਤੀਆਂ ਗਈਆਂ, ਕਰੈਕਟ ਵੀ ਕੀਤੀਆਂ ਗਈਆਂ। ਸੋ ਅੱਜ ਦਾ ਪ੍ਰੋਗਰਾਮ ਜਿਹੜਾ ਹੈ ਅਸੀਂ ਸਮਾਪਤੀ ਵੱਲ ਜਾ ਰਿਹਾ। ਅਸੀਂ ਛੇਤੀ ਹੀ ਜਿਹੜਾ ਜੀ ਆਗਿਆ ਲਵਾਂਗੇ। ਅਤੇ ਹੁਣ ਇੱਕ ਕਾਲਰ ਨੇ ਜੀ, ਲਾਸਟ ਕਾਲ ਲੈ ਲਓ ਰਣਜੀਤ ਜੀ। ਕੁਐਸਚਨ ਦਾ ਆਨਸਰ ਜ਼ਰੂਰ ਅਸੀਂ ਦੇ ਦੇਵਾਂਗੇ ਜੀ, ਅਤੇ ਉਸ ਤੋਂ ਬਾਅਦ ਅਸੀਂ ਆਗਿਆ ਲੈਣਾ ਚਾਹਾਂਗੇ। ਜਿਹੜਾ ਕੱਲ੍ਹ ਅਸੀਂ ਸਵਾਲ ਕੀਤਾ ਸੀਗਾ ਜੀ, ਕੱਲ੍ਹ ਸਵਾਲ ਅਸੀਂ ਕੀਤਾ ਸੀ ਕਿ ਸਾਲ 2021 ਦੇ ਵਿੱਚ ਕਿਹੜੇ ਗੁਰੂ ਸਾਹਿਬ ਜੀ ਦੀ ਜਿਹੜੀ ਹੈ ਜਨਮ ਸ਼ਤਾਬਦੀ ਮਨਾਈ ਜਾ ਰਹੀ ਹੈ। ਕੱਲ੍ਹ ਦਾ ਸਾਡਾ ਇਹ ਸਵਾਲ ਸੀਗਾ। ਸੋ ਬਹੁਤ ਸਾਰੇ ਜਵਾਬ ਸਾਨੂੰ ਸਾਡਾ ਜਿਹੜਾ ਪੰਜਾਬੀ ਨੈਸ਼ਨਲ ਦਾ YouTube ਚੈਨਲ ਹੈ, ਕਿਉਂਕਿ ਜਿੰਨੇ ਵੀ ਢਿੱਲੋਂ ਸਾਹਿਬ ਜਵਾਬ ਆਉਂਦੇ ਨੇ ਸਿਰਫ ਪੰਜਾਬੀ ਨੈਸ਼ਨਲ ਦੇ YouTube ਚੈਨਲ 'ਤੇ ਜਿਹੜੇ ਜਵਾਬ ਆਉਂਦੇ ਨੇ, ਸਿਰਫ ਉਹੀ ਨਾ ਅਸੀਂ ਡਰਾ ਸ਼ਾਮਲ ਕਰਦੇ ਹਾਂ। ਅਤੇ ਜਿਹੜੇ ਕੱਲ੍ਹ ਜਿਨ੍ਹਾਂ ਲੋਕਾਂ ਨੇ ਜਵਾਬ ਦਿੱਤਾ ਉਹਨਾਂ ਦੇ ਵਿੱਚੋਂ ਇੱਕ ਜਵਾਬ ਠੀਕ ਆਇਆ। ਪਹਿਲਾਂ ਮੈਂ ਦੱਸਦਾ ਕਿ ਇਸ ਸਵਾਲ ਦਾ ਠੀਕ ਜਵਾਬ ਕੀ ਹੈ ਜੀ। ਸੋ ਅਸੀਂ ਪੁੱਛਿਆ ਸੀ ਕਿ ਸਾਲ 2021 ਦੇ ਵਿੱਚ ਕਿਹੜੇ ਗੁਰੂ ਸਾਹਿਬ ਜੀ ਦੀ ਜਨਮ ਸ਼ਤਾਬਦੀ ਮਨਾਈ ਜਾ ਰਹੀ ਹੈ, ਤਾਂ ਠੀਕ ਜਵਾਬ ਇਹ ਹੈ ਜੀ ਕਿ 9ਵੀਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਜਨਮ ਸ਼ਤਾਬਦੀ ਜਿਹੜੀ ਹੈ ਜੀ ਉਹ ਮਨਾਈ ਜਾ ਰਹੀ ਹੈ। ਸੋ ਠੀਕ ਜਵਾਬ ਹੈ ਜੀ, ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਜਨਮ ਸ਼ਤਾਬਦੀ ਮਨਾਈ ਜਾ ਰਹੀ ਹੈ। ਅਤੇ ਇਸ ਦਾ ਠੀਕ ਜਵਾਬ ਜਿਹੜਾ ਹੈ, ਵੈਸੇ ਤਾਂ ਬਹੁਤ ਸਾਰੇ ਲੋਕਾਂ ਨੇ ਦਿੱਤਾ ਹੈ, ਪਰ ਜੋ ਡਰਾ ਦੇ ਵਿੱਚ ਪਾ ਕੇ ਲੱਕੀ ਵਿਨਰ ਨਿਕਲੇ ਨੇ ਉਹ ਹੈ ਸਿਫਤ ਬੈਂਸ। ਸਿਫਤ ਬੈਂਸ ਉਹਨਾਂ ਦਾ $25 ਦਾ Amazon ਦਾ ਗਿਫਟ ਕਾਰਡ ਉਹ ਜਿੱਤ ਗਏ ਨੇ। ਉਹਨਾਂ ਨੂੰ ਬਹੁਤ ਬਹੁਤ ਮੁਬਾਰਕ ਸਾਡੇ ਵੱਲੋਂ ਵੀ ਜੀ, ਮੁਬਾਰਕਾਂ ਜੀ। ਹਾਂਜੀ, ਸਿਫਤ ਬੈਂਸ ਨੂੰ। ਹਾਂਜੀ, ਸਿਫਤ ਬੈਂਸ ਉਹਨਾਂ ਨੂੰ ਵਧਾਈਆਂ ਜੀ ਨਾਮ ਜਿੱਤਣ ਲਈ। ਅਤੇ ਜਿਹੜਾ ਅੱਜ ਦਾ ਸਵਾਲ ਹੈ ਉਹ ਮੈਂ ਦੱਸ ਦੇਵਾਂ ਜੀ। ਅਤੇ ਇੱਥੇ ਜ਼ਰੂਰ ਬੇਨਤੀ ਕਰ ਦੇਵਾਂ ਕਿ ਇਸ ਸਵਾਲ ਦਾ ਜਵਾਬ ਜਿਹੜਾ ਸਿਰਫ ਅਤੇ ਸਿਰਫ ਪੰਜਾਬੀ ਨੈਸ਼ਨਲ ਦਾ ਜਿਹੜਾ YouTube ਚੈਨਲ ਹੈ ਉਸ ਨੂੰ ਸਬਸਕ੍ਰਾਈਬ ਕਰਕੇ ਤੁਸੀਂ ਇਹ ਸਵਾਲ ਅਸੀਂ ਉੱਥੇ ਪੋਸਟ ਕਰ ਦੇਵਾਂਗੇ, ਉੱਥੇ ਕਮੈਂਟਸ ਦੇ ਰੂਪ ਵਿੱਚ ਦੇਣਾ ਹੈ। ਜੀ ਹਾਂ, ਪੰਜਾਬੀ ਨੈਸ਼ਨਲ ਦਾ YouTube 'ਤੇ ਜਾ ਕੇ ਤੁਸੀਂ ਪੰਜਾਬੀ ਨੈਸ਼ਨਲ TV ਚੈਨਲ ਸਰਚ ਕਰਨਾ ਹੈ, ਉਹਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਹੈ। ਸਬਸਕ੍ਰਾਈਬ ਕਰਕੇ ਫਿਰ ਕਮੈਂਟਸ ਦੇ ਰੂਪ ਵਿੱਚ ਇਸ ਸਵਾਲ ਦਾ ਜਵਾਬ ਦੇਣਾ ਹੈ, ਅਤੇ ਕੱਲ੍ਹ ਨੂੰ ਅਸੀਂ ਸਹੀ ਜਵਾਬ ਦੇਵਾਂਗੇ ਅਤੇ ਇਹ ਵੀ ਦੱਸਾਂਗੇ ਕਿ ਕੌਣ ਵਿਨਰ ਨੇ। ਅੱਜ ਦਾ ਸਵਾਲ ਨੋਟ ਕਰ ਲਓ ਜੀ, ਕੈਨੇਡਾ ਦਾ ਸਭ ਤੋਂ ਪਹਿਲਾ ਨੈਸ਼ਨਲ ਪਾਰਕ ਕਿਹੜਾ ਹੈ? ਸੋ ਅੱਜ ਦਾ ਸਵਾਲ ਹੈ, ਕੈਨੇਡਾ ਦਾ ਸਭ ਤੋਂ ਪਹਿਲਾ ਨੈਸ਼ਨਲ ਪਾਰਕ ਕਿਹੜਾ ਹੈ? ਇਹ ਅੱਜ ਦਾ ਕੁਐਸਚਨ ਹੈ। ਇਸ ਦਾ ਜਵਾਬ ਤੁਸੀਂ ਜਿਹੜਾ ਹੈ ਪੰਜਾਬੀ ਨੈਸ਼ਨਲ ਦੇ YouTube ਚੈਨਲ 'ਤੇ ਜਾ ਕੇ ਕਮੈਂਟਸ ਦੇ ਰੂਪ ਵਿੱਚ ਦੇਣਾ ਹੈ, ਅਤੇ ਕੱਲ੍ਹ ਨੂੰ ਅਸੀਂ ਇਸ ਦਾ ਸਹੀ ਜਵਾਬ ਦੇਵਾਂਗੇ ਅਤੇ ਦੱਸਾਂਗੇ ਕੌਣ ਵਿਨਰ ਹੈ ਜੀ। ਅਤੇ ਅੱਜ ਦਾ ਪ੍ਰੋਗਰਾਮ ਅਸੀਂ ਇੱਥੇ ਹੀ ਸਮਾਪਤ ਕਰਾਂਗੇ ਜੀ, ਅਤੇ ਕੱਲ੍ਹ ਨੂੰ ਫਿਰ ਮਿਲਾਂਗੇ ਜੀ। ਢਿੱਲੋਂ ਸਾਹਿਬ, ਅੱਜ ਪ੍ਰੋਗਰਾਮ ਇੱਥੇ ਕਰਨ ਦੀ ਅੱਗੇ ਲਈਏ ਜੀ। ਬਿਲਕੁਲ ਜੀ, ਹਾਂਜੀ। ਸਾਡੇ ਸਾਰੇ ਦਰਸ਼ਕਾਂ ਨੂੰ ਸਾਡੇ ਵੱਲੋਂ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪੰਜਾਬ ਇੰਸ਼ੋਰੈਂਸ। ਜੇਕਰ ਤੁਸੀਂ ਆਪਣੀ ਲਾਈਫ ਇੰਸ਼ੋਰੈਂਸ, ਮਾਰਗੇਜ ਇੰਸ਼ੋਰੈਂਸ, ਡਿਸੇਬਿਲਿਟੀ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਕਰਵਾਉਣੀ ਹੋਵੇ ਤਾਂ ਬਿਹਤਰੀਨ ਸਲਾਹ ਲਈ ਯਾਦ ਕਰੋ ਜਸਜੀਤ ਸਿੰਘ ਬਾਵਾ ਨੂੰ। ਬੱਚਿਆਂ ਲਈ ਖਾਸ ਐਜੂਕੇਸ਼ਨ ਪਲਾਨ ਜਾਂ RRSP ਤੋਂ ਇਲਾਵਾ ਜੇ ਤੁਹਾਡੇ ਕੋਲ ਕੋਈ ਵਿਜ਼ਿਟ ਕਰਨ ਆ ਰਿਹਾ ਹੋਵੇ ਜਾਂ ਤੁਸੀਂ ਕਿਤੇ ਟਰੈਵਲ ਕਰਨਾ ਹੋਵੇ ਤਾਂ ਟਰੈਵਲ ਇੰਸ਼ੋਰੈਂਸ ਲਈ ਲੰਬੇ ਸਮੇਂ ਤੋਂ ਸੇਵਾਵਾਂ ਦੇ ਰਹੇ ਪੰਜਾਬ ਇੰਸ਼ੋਰੈਂਸ ਦੇ ਭਰੋਸੇਮੰਦ ਬ੍ਰੋਕਰ ਜਸਜੀਤ ਸਿੰਘ ਬਾਵਾ ਨੂੰ ਯਾਦ ਕਰੋ। ਫੋਨ ਨੰਬਰ 780 266 6161 7802666161। ਜੇਕਰ ਆਪਣੇ ਕੋਲ ਪਰਸਨਲ ਇੰਸ਼ੋਰੈਂਸ ਹੈ ਤਾਂ ਸਾਨੂੰ ਤਸੱਲੀ ਰਹਿੰਦੀ ਹੈ ਕਿ ਜ਼ਿੰਦਗੀ ਵਿੱਚ ਆਉਣ ਵਾਲੀਆਂ ਅਚਨਚੇਤ ਘਟਨਾਵਾਂ ਤੋਂ ਅਸੀਂ ਹਮੇਸ਼ਾ ਸੁਰੱਖਿਅਤ ਹਾਂ। ਇੰਸ਼ੋਰੈਂਸ ਦੀਆਂ ਸੇਵਾਵਾਂ ਨਿਭਾਉਣ ਲਈ ਪੰਜਾਬ ਇੰਸ਼ੋਰੈਂਸ ਦੀ ਸਮੁੱਚੀ ਟੀਮ ਆਪ ਸਭ ਦੀ ਸੇਵਾ ਵਿੱਚ ਹਮੇਸ਼ਾ ਹਾਜ਼ਰ ਹੈ। ਪੰਜਾਬ ਇੰਸ਼ੋਰੈਂਸ। ਕੈਨੇਡਾ ਦੀ ਧਰਤੀ ਤੇ ਪੈਰ ਪਾਉਣਾ ਚਾਹੁੰਦੇ ਹੋ ਜਾਂ
ਪੱਕੇ ਵਸਨੀਕ ਬਣਨ ਦੇ ਸੁਪਨੇ ਦੇਖ ਰਹੇ ਹੋ ਤਾਂ ਇਹ ਸੁਪਨੇ ਸਾਕਾਰ ਕਰਨ ਲਈ ਤੁਸੀਂ ਐਡਮਿੰਟਨ ਸ਼ਹਿਰ ਦੀ ਜਾਣੀ ਪਛਾਣੀ ਇਮੀਗ੍ਰੇਸ਼ਨ ਕੰਸਲਟੈਂਸੀ ਕੈਰੀਅਰ ਪਲੱਸ ਇਮੀਗ੍ਰੇਸ਼ਨ ਦੇ ICC-RC ਤੋਂ ਮਾਨਤਾ ਪ੍ਰਾਪਤ ਮਾਹਿਰਾਂ RCIC ਸਰਦਾਰ ਕਮਲਜੀਤ ਸਿੰਘ ਅਤੇ ਪਰਮਜੀਤ ਕੌਰ ਨੂੰ 780 462 4000 ਅਤੇ 780 709 8600 ਤੇ ਸੰਪਰਕ ਕਰੋ। 912935 ਐਵੀਨਿਊ ਨਾਰਥ ਵੈਸਟ ਐਡਮਿੰਟਨ ਤੇ ਸਥਿਤ ਕੈਰੀਅਰ ਪਲੱਸ ਇਮੀਗ੍ਰੇਸ਼ਨ ਦੀ ਟੀਮ ਨੂੰ ਇਮੀਗ੍ਰੇਸ਼ਨਸ ਅਪੀਲ, ਹਿਊਮੈਨਿਟੇਰੀਅਨ ਐਂਡ ਕੰਪੈਸ਼ਨੇਟ ਐਪਲੀਕੇਸ਼ਨਸ ਲਾਉਣ ਲਈ ਵਿਸ਼ੇਸ਼ ਮੁਹਾਰਤ ਹੈ। ਮੈਂ ਤੇ ਕੈਰੀਅਰ ਪਲੱਸ ਦੀ ਸਾਰੀ ਟੀਮ ਰਿਫਿਊਜ਼ਡ ਐਪਲੀਕੇਸ਼ਨ ਤੇ ਕੰਮ ਕਰਨ ਲਈ ਮਾਹਰ ਹਨ। ਅਸੀਂ ਲੀਗਲ ਵੇ ਦੇ ਨਾਲ ਰਿਫਿਊਜ਼ਡ ਐਪਲੀਕੇਸ਼ਨਾਂ ਨੂੰ ਅਪਰੂਵ ਕਰਾਉਂਦੇ ਹਾਂ। ਜੇ ਤੁਹਾਡੀ ਕਿਸੇ ਵੀ ਤਰ੍ਹਾਂ ਦੀ ਕੋਈ ਕੈਨੇਡੀਅਨ ਇਮੀਗ੍ਰੇਸ਼ਨ ਦੀ ਐਪਲੀਕੇਸ਼ਨ ਰਿਫਿਊਜ਼ ਹੈ ਤਾਂ ਇੱਕ ਵਾਰੀ ਜ਼ਰੂਰ ਆ ਕੇ ਮਿਲੋ। ਕੈਰੀਅਰ ਪਲੱਸ ਇਮੀਗ੍ਰੇਸ਼ਨ ऑनर ऑपरेटर्स ਲਈ ਜ਼ਰੂਰੀ ਸੂਚਨਾ। ਲਾਈਟ ਸਪੀਡ ਲੌਜਿਸਟਿਕ ਵਾਲੇ ऑनर ऑपरेटर्स ਹਾਇਰ ਕਰ ਰਹੇ ਨੇ। ਲਾਈਟ ਸਪੀਡ ਲੌਜਿਸਟਿਕ ਅਲਬਰਟਾ BC ਲੇਨ ਤੇ $1.80 ਪਰ ਮਾਈਲ ਪੇ ਕਰ ਰਹੇ ਨੇ। 20 ਸਾਲ ਤੋਂ ਵੱਧ ਟਰੱਕਿੰਗ ਇੰਡਸਟਰੀ 'ਚ ਇੱਕ ਸਥਾਪਿਤ ਨਾਮ ਲਾਈਟ ਸਪੀਡ ਲੌਜਿਸਟਿਕ। ਜੇਕਰ ਤੁਸੀਂ ਅਲਬਰਟਾ BC ਲੇਨ ਤੇ ਕੰਮ ਕਰਨਾ ਚਾਹੁੰਦੇ ਹੋ ਤਾਂ ਅੱਜ ਹੀ ਲਾਈਟ ਸਪੀਡ ਲੌਜਿਸਟਿਕ ਦੀ ਹਾਇਰਿੰਗ ਟੀਮ ਨੂੰ ਸੰਪਰਕ ਕਰੋ। ਮਰਸੀਡੀਜ਼ ਬੈਂਜ਼ ਕੰਟਰੀ ਹਿਲਸ ਤੁਹਾਡੇ ਸੁਪਨਿਆਂ ਦੀ ਕਾਰ ਲਈ ਇੱਕ ਟਿਕਾਣਾ। ਕੈਲਗਰੀ 에ਅਰਪੋਰਟ ਦੇ ਨੇੜੇ ਮਰਸੀਡੀਜ਼ ਦੀ ਕੈਨੇਡਾ 'ਚ ਸਭ ਤੋਂ ਵੱਡੀ ਡੀਲਰਸ਼ਿਪ। 70 ਦੇ ਕਰੀਬ ਕਾਰਾਂ ਡਿਸਪਲੇ ਤੇ ਹੁੰਦੀਆਂ ਨੇ। ਕਾਰਾਂ ਸੰਬੰਧੀ ਸਾਰੀ ਜਾਣਕਾਰੀ ਗੌਰਵ ਸ਼ਰਮਾ ਜੀ ਤੋਂ ਪੰਜਾਬੀ, ਹਿੰਦੀ, ਉਰਦੂ ਜਾਂ ਇੰਗਲਿਸ਼ ਵਿੱਚ ਗੱਲਬਾਤ ਕਰਕੇ ਲਈ ਜਾ ਸਕਦੀ ਹੈ। ਸਾਰੇ ਪਰਿਵਾਰ ਦੀ ਪਸੰਦ ਦੀ ਕਾਰ ਮਰਸੀਡੀਜ਼ ਬੈਂਜ਼ ਕੰਟਰੀ ਹਿਲ। ਪੰਜਾਬ ਡਰਾਈਵਿੰਗ ਅਕੈਡਮੀ। ਕਾਰ, ਟਰੱਕ ਜਾਂ ਬੱਸ ਦਾ ਡਰਾਈਵਿੰਗ ਲਾਇਸੈਂਸ ਲੈਣ ਲਈ ਯਾਦ ਰੱਖੋ ਪੰਜਾਬ ਡਰਾਈਵਿੰਗ ਅਕੈਡਮੀ। ਇਹ ਕਲਾਸ 1, 2 ਅਤੇ 3 ਦੀ ਪ੍ਰੋਫੈਸ਼ਨਲ ਟ੍ਰੇਨਿੰਗ ਦਿੰਦੇ ਹਨ। ਪੰਜਾਬ ਡਰਾਈਵਿੰਗ ਅਕੈਡਮੀ ਤੋਂ ਤੁਸੀਂ 에ਅਰ ਬ੍ਰੇਕ ਅਤੇ DDC ਦੀਆਂ ਕਲਾਸਾਂ ਵੀ ਲਾ ਸਕਦੇ ਹੋ। DDC ਕਲਾਸ ਲਾਉਣ ਨਾਲ ਤੁਹਾਨੂੰ ਸਸਤੀ ਇੰਸ਼ੋਰੈਂਸ ਮਿਲ ਸਕਦੀ ਹੈ। ਡਰਾਈਵਿੰਗ ਸਿੱਖਣ ਲਈ ਪੰਜਾਬ ਡਰਾਈਵਿੰਗ ਅਕੈਡਮੀ ਦਾ ਨਾਮ ਅਤੇ ਫੋਨ ਨੰਬਰ ਨੋਟ ਕਰ ਲਓ। 403 903 8200 यूनिट 209 4556 वेस्ट विंड्स ड्राइव नॉर्थ ईस्ट कैलगरी। पंजाब ड्राइविंग अकेडमी। ਸਾਂਝਾ ਪੰਜਾਬ ਗਰੋਸਰੀ ਸਟੋਰ ਹੁਣ 3 ਲੋਕੇਸ਼ਨਸ ਨਾਲ ਕੈਲਗਰੀ ਵਾਸੀਆਂ ਦੀ ਸੇਵਾ ਵਿੱਚ। ਸਾਂਝਾ ਪੰਜਾਬ ਤੋਂ ਹਰ ਪ੍ਰਕਾਰ ਦੀ ਇੰਡੀਅਨ ਅਤੇ ਪਾਕਿਸਤਾਨੀ ਗਰੋਸਰੀ ਮਿਲਦੀ ਹੈ। ਇਹਨਾਂ ਦੀਆਂ 3 ਲੋਕੇਸ਼ਨਸ ਤੋਂ ਸਾਫ਼ ਸੁਥਰੀਆਂ ਦਾਲਾਂ, ਮਸਾਲੇ, ਤਾਜ਼ੀਆਂ ਸਬਜ਼ੀਆਂ ਅਤੇ ਹਰ ਪ੍ਰਕਾਰ ਦੇ ਭਾਂਡੇ ਖਰੀਦ ਸਕਦੇ ਹੋ। ਸਾਂਝਾ ਪੰਜਾਬ ਵਾਲੇ ਕਰੋਨਾ ਦੇ ਟਾਈਮ ਵਿੱਚ ਆਪਣੇ ਸਟਾਫ ਅਤੇ ਕਸਟਮਰਜ਼ ਨੂੰ ਸੁਰੱਖਿਅਤ ਰੱਖਣ ਲਈ ਸਾਰੀਆਂ ਸਾਵਧਾਨੀਆਂ ਵਰਤਦੇ ਹਨ। ਆਪਣੀਆਂ ਗਰੋਸਰੀ ਲੋੜਾਂ ਲਈ ਅੱਜ ਹੀ ਆਪਣੇ ਨਜ਼ਦੀਕੀ ਸਾਂਝਾ ਪੰਜਾਬ ਗਰੋਸਰੀ ਸਟੋਰ ਦੀ ਲੋਕੇਸ਼ਨ ਤੇ ਪਹੁੰਚੋ। ਸਾਂਝਾ ਪੰਜਾਬ ਗਰੋਸਰੀ ਸਟੋਰ। ਜੇਕਰ ਤੁਸੀਂ ਇੱਕ ਬਿਜ਼ਨਸ ਓਨਰ ਹੋ ਜਾਂ ਕੋਈ ਪ੍ਰੋਫੈਸ਼ਨਲ ਹੋ, ਤੁਹਾਡਾ ਤੇ ਮੇਰਾ ਮਿਲਣਾ ਬਹੁਤ ਜ਼ਰੂਰੀ ਹੈ, ਕਿਉਂਕਿ ਅਸੀਂ ਬੈਠ ਕੇ ਡਿਸਕਸ ਕਰਾਂਗੇ ਕਿ ਕਿਸ ਤਰ੍ਹਾਂ ਤੁਹਾਡੇ ਬਿਜ਼ਨਸ ਨੂੰ ਪ੍ਰੋਟੈਕਟ ਕੀਤਾ ਜਾ ਸਕਦਾ ਅਤੇ ਤੁਹਾਡੀ ਫਿਊਚਰ ਵਾਲੀ ਇਨਕਮ ਨੂੰ ਕਿਸ ਤਰ੍ਹਾਂ ਅਸੀਂ ਪ੍ਰੋਟੈਕਟ ਕਰ ਸਕਦੇ ਹਾਂ। ਸਟੇਟ ਪਲੈਨਿੰਗ ਦੇ ਵਿੱਚ ਅਸੀਂ ਡਿਸਕਸ ਕਰਾਂਗੇ ਕਿ ਜਿਹੜੇ ਤੁਹਾਡੇ ਮਿਹਨਤ ਨਾਲ ਬਣਾਏ ਹੋਏ ਐਸੈਟਸ ਨੇ ਉਹ ਤੁਹਾਡੇ ਤੋਂ ਬਾਅਦ ਤੁਹਾਡੇ ਬੱਚਿਆਂ ਨੂੰ ਕਿਸ ਤਰ੍ਹਾਂ ਡਿਸਟ੍ਰੀਬਿਊਟ ਕੀਤੇ ਜਾਣ ਤਾਂ ਕਿ ਤੁਹਾਡੇ ਬੱਚਿਆਂ ਦਾ ਆਪਸ ਵਿੱਚ ਪਿਆਰ ਵੀ ਬਣਿਆ ਰਹੇ। 403 437 4445 ਇਹ ਮੇਰਾ ਫੋਨ ਨੰਬਰ ਹੈ ਜੀ। 403 437 4445।